ਰੋਲ ਗੁਰਮਤਿ ਦੇ ਤੱਤ ਗਿਆਨ ਦੀ ਵਿਚਾਰ ਸੁਣਨ ਲਈ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਦੱਬੋ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਜਿਹੜੀਆਂ ਰਮਜ਼ਾਂ ਨੇ, ਇਹ ਰਹੱਸ ਨੇ ਜਿਹੜੇ ਮਰਨ ਦੇ ਵਿੱਚ ਭੇਦ ਨੇ। ਜੀਵਨ ਮਰਨ ਦਾ ਕੀ ਭੇਦ ਹੈ, ਜੀਵਨ ਮਰਨ ਦੇ ਅਰਥ ਗੁਰਬਾਣੀ ਵਿੱਚ ਕੀ ਨੇ, ਉਹ ਗੱਲ ਸਾਨੂੰ ਸਮਝਾਈ ਹੈ। ਹੁਣ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਨੇ ਮਰਨ ਦੀ ਜਾਂਚ ਸਿੱਖੋ, ਪਰ ਹੁਣ ਮਰਨਾ ਕਿਹੜਾ, ਬਸ ਇਹੀ ਫਰਕ ਸਮਝਣਾ ਸੀ। ਸਰੀਰ ਦੇ ਮਰਨ ਦੀ ਜਾਂਚ ਨਹੀਂ ਸਿੱਖਣੀ, ਸਰੀਰ ਦੇ ਮਰਨ ਦੀ ਜਾਂਚ ਨਹੀਂ ਸਿੱਖਣੀ, ਕਿਉਂਕਿ ਅਸੀਂ ਸੁਸਾਈਡ ਨਹੀਂ ਕਰਨਾ। ਸਰੀਰ ਦੇ ਮਰਨ ਦੀ ਜਾਂਚ ਦਾ ਅਰਥ ਹੋ ਜਾਏਗਾ ਅਸੀਂ ਸੁਸਾਈਡ ਕਿਵੇਂ ਕਰੀਏ। ਨਹੀਂ, ਮਨ ਕਿਵੇਂ ਮਰੇ, ਅਸੀਂ ਆਪਣੇ ਮਨ ਨੂੰ ਕਿਵੇਂ ਮਾਰੀਏ, ਜਾਂ ਮਨ ਦੀ ਮੌਤ ਕਿਵੇਂ ਹੋਵੇ, ਮਨ ਕਰਕੇ ਕਿਵੇਂ ਮਰਨਾ, ਮਨ ਕਿਵੇਂ ਮਰੇ। ਸੌਖਾ ਜਿਹਾ ਕਰਦੇ ਮਨ ਕਿਵੇਂ ਮਰੇ, ਕਿਉਂਕਿ ਇੱਥੇ ਗੱਲ ਆ ਗਈ ਮਨ ਮਾਰਿਆ। ਹੁਣ ਪਹਿਲਾਂ ਸਮਝਾਂਗੇ ਮਨ ਕੀ ਹੈ ਤੇ ਕਿਉਂ ਮਰਦਾ, ਕਿਉਂ ਮਾਰਨਾ। ਜਿਹੜੇ ਸਾਡੇ ਅੰਦਰ ਫੁਰਨੇ ਉੱਠਦੇ ਨੇ, ਮਨ ਕੀ ਹੈ? ਫੁਰਨਿਆਂ ਦਾ, ਕਲਪਨਾਵਾਂ ਦਾ, ਇਮੈਜੀਨੇਸ਼ਨ ਦਾ ਇੱਕ ਸਮੂਹ ਹੈ, ਜਿੱਥੋਂ ਉੱਠਦੇ ਨੇ ਉਹ ਮਨ ਹੈ। ਤੇ ਇਹ ਹਮੇਸ਼ਾ ਉੱਠਦੇ ਰਹਿੰਦੇ ਨੇ, ਕਲਪਨਾ ਚੱਲਦੀ ਰਹਿੰਦੀ ਹੈ, ਫੁਰਨੇ ਆਉਂਦੇ ਰਹਿੰਦੇ ਨੇ। ਪਰ ਫੁਰਨੇ ਆਉਂਦੇ ਨੇ, ਉਹ ਕਲਪਨਾ ਉਹ ਚੱਲਦੀ ਹੈ ਜਿਹੜੀ ਸਾਨੂੰ ਮਾਇਆ ਨਾਲ, ਸੰਸਾਰ ਨਾਲ, ਸਰੀਰ ਨਾਲ, ਦੁਨੀਆ ਨਾਲ, ਪਦਾਰਥਾਂ ਨਾਲ ਜੋੜਦੀ ਹੈ, ਜਿਸ ਕਰਕੇ ਮਨੁੱਖ ਦਾ, ਮਨੁੱਖੀ ਜੀਵਨ ਦਾ, ਸਾਡੀ ਮਤ, ਅਕਲ, ਬੁੱਧੀ ਦਾ ਪੂਰਾ ਫੋਕਸ ਸੰਸਾਰ ਤੇ ਚਲਾ ਜਾਂਦਾ, ਸਰੀਰ ਤੇ ਚਲਾ ਜਾਂਦਾ। ਪਦਾਰਥਵਾਦੀ ਸੋਚ ਸਾਡੀ ਹੋ ਜਾਂਦੀ ਹੈ। ਪਦਾਰਥਵਾਦੀ ਸੋਚ ਹੋਣ ਕਰਕੇ, ਸਰੀਰਕ ਸੰਸਾਰਿਕ ਸੋਚ ਹੋਣ ਕਰਕੇ ਅਸੀਂ ਹੌਲੀ ਹੌਲੀ ਅਣ ਆਏ ਦੁੱਖ ਸਹੇੜ ਜਾਂਦੇ ਹਾਂ। ਕਿਉਂਕਿ ਜਦੋਂ ਸਰੀਰ ਨਾਲ ਅਟੈਚਮੈਂਟ, ਪਦਾਰਥ ਨਾਲ, ਸੰਸਾਰ ਨਾਲ ਵਧੇਗੀ ਤਾਂ ਆਟੋਮੈਟਿਕਲੀ ਤੁਹਾਡੇ ਦੇ ਮਨ ਦੇ ਵਿੱਚ ਉਹਨਾਂ ਚੀਜ਼ਾਂ ਦੇ ਦੁੱਖ ਤੇ ਸੁੱਖ ਵੀ ਬਣਨੇ ਸ਼ੁਰੂ ਹੋ ਜਾਣਗੇ। ਪਰ ਮਹਾਰਾਜ ਕਹਿੰਦੇ ਜੇ ਕੋਈ ਆਪਣਾ ਮਨ ਹੀ ਮਾਰ ਲਏ, ਮਨ ਦਾ ਅਰਥ ਆਪਾਂ ਸੌਖਾ ਕਰਾਂਗੇ, ਜੇ ਕੋਈ ਆਪਣੇ ਮਨ ਦੀਆਂ ਵਾਸ਼ਨਾਵਾਂ, ਖੁਆਇਸ਼ਾਂ, ਇੱਛਾਵਾਂ ਨੂੰ ਮਾਰ ਲਏ। ਇਹ ਅਰਥ ਦਾ ਆਪਾਂ ਕਰਦੇ ਹਾਂ। ਇਹ ਸੌਖੀ ਗੱਲ ਮੈਨੂੰ ਲੱਗਦਾ ਸਭ ਨੂੰ ਸਮਝ ਆ ਜਾਏ। ਜਦੋਂ ਉਹ ਮਰ ਜਾਂਦੀਆਂ ਨੇ, ਫਿਰ ਮਹਾਰਾਜ ਕਹਿੰਦੇ ਨੇ ਵੀ ਉਹ ਜਦੋਂ ਮਨ ਮਰ ਗਿਆ ਨਾ, ਉਦੋਂ ਇਹ ਜੀਵ ਮਰ ਗਿਆ। ਤੇ ਜੀਵ ਜਦੋਂ ਮਰਦਾ ਹੈ, ਮਨ ਮਰਦਾ ਹੈ, ਉਹ ਤੋਂ ਬਾਅਦ ਇਹਨੂੰ ਇੱਕ ਜੀਵਨ ਮਿਲਦਾ ਹੈ। ਉਹ ਜੀਵਨ ਨੂੰ ਸਦ ਜੀਵਨ ਕਿਹਾ ਗਿਆ, ਸੁਖੀ ਜੀਵਨ ਕਿਹਾ ਗਿਆ। ਉਸ ਜੀਵਨ ਦੇ ਵਿੱਚ ਜਿਹੜਾ ਆਨੰਦ ਹੈ ਉਹਨੂੰ ਆਨੰਦਿਤ ਜੀਵਨ ਕਿਹਾ ਗਿਆ। ਕਿਉਂਕਿ ਦੇਖੋ, ਨਾ ਕੋਈ ਖੁਆਇਸ਼ ਹੈ, ਨਾ ਕੋਈ ਮੋਹ ਮਾਇਆ ਦੀ ਇੱਛਾ, ਨਾ ਕੋਈ ਲਾਲਚ ਹੈ, ਨਾ ਕੋਈ ਤਮਾ ਹੈ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਡਰ। ਤੇ ਫਿਰ ਪਿੱਛੇ ਬਚਿਆ ਕੀ? ਬਚਿਆ ਆਨੰਦ। ਇਸ ਆਨੰਦ ਨੂੰ ਭਾਲਣ ਵਾਸਤੇ ਜੋਗੀ ਪਹਾੜਾਂ ਤੇ ਚਲੇ ਗਏ, ਧੂਣੇ ਤਪਾਉਣ ਲੱਗ ਗਏ, ਹਨਾ, ਕਈ ਤਰ੍ਹਾਂ ਦੇ ਵਰਤ ਰੱਖਦੇ ਰਹੇ, ਕਰਮ ਕਾਂਡ ਕਰਦੇ ਰਹੇ, ਬੜਾ ਕੁਝ ਕਰਦੇ ਰਹੇ, ਪਰ ਆਨੰਦ ਬਣਿਆ ਨਹੀਂ। ਕਿਉਂ? ਕਿਉਂਕਿ ਮਨ ਨਹੀਂ ਮਾਰ ਪਾਏ। ਪਿੱਛੇ ਜਦੋਂ ਉਹਨਾਂ ਨੇ ਜਪ ਤਪ ਕਰਕੇ ਤਨ ਸਾਧ ਲਿਆ, ਤਨ ਦੇ ਕਿਰਿਆਵਾਂ ਨਾਲ ਸਾਧ ਲਿਆ, ਬੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਫਿਰ ਹੰਕਾਰ ਦੀ ਇੱਛਾ, ਹੰਕਾਰ ਹੋਰ ਵਧਿਆ, ਇੱਛਾ ਪੈਦਾ ਹੋਈ ਵੀ ਲੋਕ ਸਾਡੀ ਪੂਜਾ ਕਰਨ, ਲੋਕ ਸਾਡੂ ਮੰਨਣ, ਸਾਡੀਆਂ ਸ਼ਕਤੀਆਂ ਮੂਹਰੇ ਸਿਰ ਝੁਕਾਉਣ। ਉਹ ਇੱਛਾ ਨੇ ਉਹਨਾਂ ਨੂੰ ਹੋਰ ਦੁਖੀ ਕੀਤਾ। ਜਿੱਥੇ ਇੱਛਾ ਜ਼ੀਰੋ ਹੋ ਜਾਏ, ਵਾਸ਼ਨਾ, ਖੁਆਇਸ਼ ਬਿਲਕੁਲ ਹੀ ਮਰ ਜਾਏ, ਸ਼ੂਨਿਆ ਅਵਸਥਾ ਨੂੰ ਕਹਿੰਦੇ ਨੇ, ਉੱਥੇ ਇਹਦੇ ਅੰਦਰ ਆਨੰਦ ਹੀ ਆਨੰਦ ਬਚਦਾ, ਪਿੱਛੇ ਆਨੰਦ ਬਚਦਾ ਕਿਵੇਂ। ਉਹ ਹੁਣ ਉਹ ਮਹਾਰਾਜ ਕਹਿ ਰਹੇ ਨੇ, ਕਹਿੰਦੇ ਮਨ ਮਾਰਿਆ ਕਿਵੇਂ ਮਾਰਿਆ? ਹਰੀ ਨੇ ਪ੍ਰੇਮ ਦੀ ਬਾਣੀ। ਹੁਣ ਜਿਹੜੀ ਸਾਡੀ ਸਾਰੀ ਗੁਰਬਾਣੀ ਹੈ, ਵਿਚਾਰ ਹੈ, ਇਹ ਚ ਸਾਰੀ ਚ ਪ੍ਰੇਮ ਹੀ ਪ੍ਰੇਮ ਭਰਿਆ ਹੋਇਆ। ਭਾਵ ਕਿ ਬਾਣੀ ਚ ਪ੍ਰੇਮ ਹੁੰਦਾ। ਮੈਂ ਇੱਕ ਹੋਰ ਬੇਨਤੀ ਕਰਦਿਆਂ, ਇੱਕ ਤੇ ਸਾਡੇ ਕੋਲ ਸਕਰੀਨ ਤੇ ਅੱਖਰ ਨੇ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੇ ਉੱਪਰ, ਅੰਗਾਂ ਦੇ ਉੱਪਰ ਲਿਖੇ ਹੋਏ ਅੱਖਰ ਨੇ, ਜਿਹਨੂੰ ਅਸੀਂ ਬਾਣੀ ਜਾਂ ਗੁਰਬਾਣੀ ਕਹਿੰਦੇ ਹਾਂ। ਇੱਥੇ ਮੈਂ ਇਸ਼ਾਰੇ ਮਾਤਰੀ ਬੇਨਤੀ ਕਰਨੀ ਹੈ, ਅਸਲ ਵਿੱਚ ਇਹ ਸਾਡੇ ਕੋਲ ਹੈ ਗੁਰਬਾਣੀ। ਗੁਰਬਾਣੀ ਜਿਹੜੀ ਅੱਖਰ ਲਿਖੇ ਹੋਏ ਨੇ, ਜਿਹੜੇ ਸਾਨੂੰ ਅੱਖਾਂ ਨਾਲ ਦਿਸਦੇ ਨੇ, ਜਿਨ੍ਹਾਂ ਨੂੰ ਅਸੀਂ ਇਹਨਾਂ ਕੰਨਾਂ ਨਾਲ ਸੁਣਦੇ ਹਾਂ। ਜਿਵੇਂ ਤੁਸੀਂ ਸੁਣ ਰਹੇ ਹੋ, ਮੈਂ ਸੁਣ ਰਿਹਾ, ਤੁਸੀਂ ਬੋਲੋਗੇ, ਮੈਂ ਸੁਣਾਂਗਾ, ਜਾਂ ਇੱਕ ਬੋਲਦਾ ਦੂਸਰਾ ਸੁਣਦਾ, ਦੂਸਰਾ ਬੋਲੇ ਤੀਸਰਾ ਸੁਣਦਾ, ਉਹਨੂੰ ਕਿਹਾ ਜਾਂਦਾ ਗੁਰਬਾਣੀ। ਬਾਣੀ ਵਿੱਚ ਕੀ ਅੰਤਰ ਹੁੰਦਾ ਹੈ? ਬਾਣੀ ਸ਼ਬਦ ਕੀ ਹੁੰਦਾ ਹੈ? ਬਾਣੀ ਤੇ ਗੁਰਬਾਣੀ ਦੋ ਵਰਡਾਂ ਵਿੱਚ ਇੱਕ ਅੰਤਰ ਹੈ। ਸਮਾਨ ਤੇ ਗਹਿਰਾ ਵੀ ਬੜਾ ਹੈ ਤੇ ਬਰੀਕ ਵੀ ਬੜਾ ਹੈ। ਬਾਣੀ ਜਿਹੜੀ ਹੈ, ਬਾਣੀ ਸੁਣਦੀ ਹੈ ਬਿਨਾਂ ਕੰਨਾਂ ਤੋਂ, ਗੁਰਬਾਣੀ ਕੰਨਾਂ ਨਾਲ, ਬਾਣੀ ਬਿਨਾਂ ਕੰਨਾਂ ਤੋਂ। ਆਹ ਕੰਨਾਂ ਦੀ ਲੋੜ ਨਹੀਂ ਈਅਰ ਦੀ। ਹੁਣ ਗੁਰਬਾਣੀ ਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਪੰਕਤੀਆਂ ਨੇ, ਉਹੀ ਸਾਡੇ ਇਸ ਸਮੱਸਿਆ ਦਾ ਸਮਾਧਾਨ ਕਰਦੀਆਂ ਨੇ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਧੁਰ ਸਾਡਾ ਹਿਰਦਾ, ਅੰਤਰਾਤਮਾ, ਜਿੱਥੋਂ ਇਹ ਸ਼ਬਦ, ਇਹ ਮੂਲ ਮੰਤਰ, ਇਹ ਸਾਰਾ ਗੁਰਬਾਣੀ ਦਾ ਖਜ਼ਾਨਾ ਉੱਥੋਂ ਕੀ ਹੈ? ਬਾਣੀ ਦੇ ਰੂਪ ਚ ਆਇਆ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਉੱਥੇ ਫੇਰ ਬਾਣੀ।
ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਸਾਰੀ ਗੱਲ ਚੱਲਦੀ ਜਿਹੜੀ ਅੰਦਰੋਂ ਸੁਣੀ ਜਾਂਦੀ ਹੈ। ਜਦੋਂ ਅੰਦਰੋਂ ਸੁਣ ਕੇ ਇਹ ਫਿਰ ਬੋਲਾਂ ਰਾਹੀਂ ਪ੍ਰਗਟ ਕੀਤੀ ਜਾਂਦੀ ਹੈ, ਇਹਨੂੰ ਇੱਕ ਤਰਤੀਬ ਦਿੱਤੀ ਜਾਂਦੀ ਹੈ, ਸ਼ਬਦਾਂ ਨੂੰ ਇੱਕ ਤਰਤੀਬ ਦਿੱਤੀ ਜਾਂਦੀ ਹੈ। ਇਹ ਅੱਖਰ ਫਿਰ ਲਿਖਤ ਰੂਪ ਵਿੱਚ ਆ ਜਾਂਦੇ ਨੇ। ਜਿਸ ਦੇ ਰਾਹੀਂ ਆਉਂਦੇ ਨੇ ਉਹਨੂੰ ਅਸੀਂ ਕਹਿੰਦੇ ਹਾਂ ਗੁਰ, ਤੇ ਗੁਰ ਦੇ ਰਾਹੀਂ ਆਏ ਹੋਇਆ ਉਹ ਗਿਆਨ, ਉਹ ਆਈ ਹੋਈ ਬਾਣੀ ਬਣ ਜਾਂਦੀ ਹੈ ਗੁਰਬਾਣੀ। ਬਸ ਇਹ ਭਾਵ ਨੂੰ ਆਪਾਂ ਅੱਗੇ ਜਾ ਕੇ ਹੋਰ ਕਲੀਅਰ ਕਰਦੇ ਚੱਲਾਂਗੇ, ਤੁਹਾਨੂੰ ਸਮਝ ਵੀ ਆ ਜਾਏਗਾ। ਪਰ ਇੱਥੇ ਕਹਿੰਦੇ ਜਿਹੜੀ ਪ੍ਰੇਮ ਬਾਣੀ ਹੈ ਨਾ, ਜਿਹੜੀ ਅੰਦਰੋਂ ਫੁੱਟੀ, ਚਸ਼ਮਾ ਫੁੱਟਿਆ, ਮਨ ਪ੍ਰੇਮ ਬਾਣੀ ਨਾਲ ਜੁੜ ਗਿਆ, ਪਰਮੇਸ਼ਰ ਦੇ ਹੁਕਮ ਨਾਲ, ਨਾਦ ਨਾਲ, ਸ਼ਬਦ ਨਾਲ ਜੁੜਿਆ, ਤੇ ਕਹਿੰਦੇ ਮਨ ਮਰ ਗਿਆ। ਕਿਉਂਕਿ ਬਾਣੀ 'ਚ ਤਾਕਤ ਤੇ ਹੈਗੀ ਆ, ਤਿੰਨ ਸਗਲੀ ਚਿੰਤ ਮਿਟਾਈ। ਅਣਿਆਲਾ ਤੀਰ ਹੈ ਬਾਣੀ ਦਾ, ਤੀਰ ਅਣਿਆਲਾ ਤੀਰ ਹੈ। ਹੁਣ ਮੈਂ ਬੇਨਤੀ ਕਰਦੇ ਇੱਕ ਹੋਰ, ਤੀਰ ਜਿਹੜਾ ਹੁੰਦਾ ਨਾ, ਤੀਰ ਕਿਸੇ ਪ੍ਰਾਣੀ ਦੇ ਸਰੀਰ ਵਿੱਚ ਲੱਗੇ, ਜਿਸ ਅੰਗ 'ਚ ਲੱਗੇ ਉਹ ਅੰਗ ਨੂੰ ਖਤਮ ਕਰ ਦੇਗਾ। ਅੱਖ ਵਿੱਚ ਲੱਗੇ ਅੱਖ ਖਤਮ ਹੋ ਜਾਏਗੀ, ਮੂੰਹ ਵਿੱਚ ਲੱਗੇ ਮੂੰਹ ਗੂੰਗਾ ਹੋ ਜਾਏਗਾ, ਹੱਥ ਵਿੱਚ ਲੱਗੇ ਹੱਥ ਖਤਮ, ਪੈਰ ਵਿੱਚ ਲੱਗੇ ਪੈਰ ਖਤਮ। ਪਰ ਬਾਣੀ ਦੇ ਤੀਰ ਦਾ ਕੀ ਅਰਥ ਹੈ? ਸਰੀਰ ਦਾ, ਸੰਸਾਰ ਦਾ ਲੋਹੇ ਦਾ ਤੀਰ ਅੱਖ ਵਿੱਚ ਲੱਗਿਆ, ਅੱਖ ਖਤਮ ਹੋ ਜਾਂਦੀ ਹੈ, ਅੱਖ ਨੂੰ ਦਿਸਣਾ ਬੰਦ ਹੋ ਜਾਂਦਾ ਹੈ। ਪਰ ਜਦੋਂ ਪ੍ਰੇਮ ਬਾਣੀ ਦਾ ਤੀਰ ਮਨ ਦੇ ਅੰਦਰ ਲੱਗਦਾ, ਇਹਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਆ ਫਰਕ ਹੈ। ਬਾਹਰਲਾ ਤੀਰ ਕੰਨ ਵਿੱਚ ਲੱਗੇ, ਕੰਨ ਦੀ ਸੁਣਨ ਸ਼ਕਤੀ ਖਤਮ। ਪ੍ਰੇਮ ਬਾਣੀ ਦਾ ਤੀਰ ਅੰਦਰ ਮਨ ਦੇ ਕੰਨ ਤੇ ਲੱਗੇ, ਇਹਨੂੰ ਸੱਚ ਸੁਣਨਾ ਸ਼ੁਰੂ ਹੋ ਜਾਂਦਾ ਹੈ, ਸੁਣਨ ਦੀ ਸ਼ਕਤੀ ਸ਼ੁਰੂ ਹੋ ਜਾਂਦੀ ਹੈ। ਹੱਥ ਵਿੱਚ ਲੱਗੇ ਹੱਥ ਖਤਮ ਹੋ ਸਕਦਾ ਹੈ, ਹੱਥ ਡੈਮੇਜ ਹੋ ਸਕਦਾ ਹੈ, ਪਰ ਜਦੋਂ ਇਹ ਲੱਗੇਗਾ ਹੱਥ ਕਾਰ ਸੇਵਾ ਵਾਲੇ ਪਾਸੇ ਤੁਰਨ ਲੱਗਦਾ ਹੈ। ਬਾਹਰ ਤੀਰ ਲੱਗੇ ਪੈਰ ਅਪੰਗ ਹੋ ਸਕਦਾ ਹੈ, ਹੈਂਡੀਕੈਪਟ ਹੋ ਸਕਦਾ ਹੈ, ਕੱਟਣਾ ਵੱਢਣਾ ਪੈ ਸਕਦਾ ਹੈ। ਪਰ ਜਦੋਂ ਮਨ ਰੂਪੀ ਪੈਰ ਤੇ ਤੀਰ ਲੱਗਦਾ ਹੈ, ਇਹ ਪੈਰ ਆਪਣੇ ਗੁਰੂ ਵਾਲੇ ਮਾਰਗ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਇਹਨੂੰ ਚਾਲ ਮਿਲਦੀ ਹੈ। ਜ਼ੁਬਾਨ ਤੇ ਲੱਗੇ ਤੀਰ, ਜ਼ੁਬਾਨ ਤੋਂ ਬੰਦਾ ਗੂੰਗਾ ਹੋ ਸਕਦਾ ਹੈ, ਪਰ ਜਦੋਂ ਸ਼ਬਦ ਦਾ ਤੀਰ, ਪ੍ਰੇਮ ਦਾ ਤੀਰ ਲੱਗੇਗਾ, ਕਹਿੰਦੇ ਇਹ ਫਿਰ ਬੋਲਣਾ ਸ਼ੁਰੂ ਕਰਦਾ ਹੈ, ਉੱਥੋਂ ਫਿਰ ਸੱਚ ਬੋਲਣਾ ਸ਼ੁਰੂ ਕਰ। ਆਹ ਫਰਕ ਹੈ ਤੀਰਾਂ ਦੇ। ਇਹ ਐਸਾ ਤੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਅਮਰੀ ਬੇਦਨ ਹਰ ਪ੍ਰਭ ਜਾਨੈ ਮੇਰੇ ਮਨ ਅੰਤਰ ਕੀ ਤੀਰ। ਪਰ ਇਹ ਤੀਰ ਕਿਸੇ ਵਿਰਲੇ ਦੇ ਭਾਗਾਂ ਵਾਲੇ ਦੇ ਲੱਗਦਾ। ਗੁਰਬਾਣੀ ਰਾਹੀਂ ਇਹ ਤੀਰ ਹੀ ਮਾਰੇ ਗਏ ਨੇ ਸਾਡੇ ਰੋਜ਼ ਸਾਰਿਆਂ ਦੇ। ਗੁਰਬਾਣੀ ਅਸੀਂ ਆਸਾ ਦੀ ਵਾਰ ਹੁਣ ਰੋਜ਼ ਪੜ੍ਹ ਰਹੇ ਹਾਂ ਨਾ, ਗੁਰਬਾਣੀ ਤੀਰੇ ਮਾਰ ਰਹੀ ਹੈ ਵੀ ਆਹ ਕੰਮ ਕਰਨਾ ਹੈ, ਆਹ ਨਹੀਂ ਕਰਨਾ, ਆਹ ਗੁਰੂ ਦਾ ਹੁਕਮ ਹੈ, ਆਹ ਅਸੀਂ ਛੱਡਣਾ, ਆਹ ਕਮਾਉਣਾ, ਇਸ ਪਾਸੇ ਤੁਰਨਾ, ਇਸ ਪਾਸੇ ਨਹੀਂ ਤੁਰਨਾ। ਪਰ ਘੱਟ ਆਪਾਂ ਵੀ ਨਹੀਂ, ਅਸੀਂ ਮੂਰੇ ਢਾਲਾਂ ਲੈ ਕੇ ਖੜੇ, ਮਹਾਰਾਜ ਮਾਰੀ ਜਾਓ, ਅਸੀਂ ਤੇ ਲੱਗਣੀ ਕੋਈ ਨਹੀਂ ਦੇਣਾ, ਹੱਥੋਂ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਵੀ ਘੱਟ ਨਹੀਂ ਲੱਗਣ, ਅਸੀਂ ਵੀ ਨਹੀਂ ਦਿੰਦੇ ਤੀਰ। ਭਾਵ ਕੀ ਹੈ ਵੀ ਗੁਰਬਾਣੀ ਇੱਧਰੋਂ ਸੁਣੀ ਤੇ ਇੱਧਰੋਂ ਕੱਢ ਦਿੱਤੀ, ਮੰਨਣੀ ਕਿਸੇ ਨੇ ਵੀ ਨਹੀਂ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਮੈਂ ਬਜ਼ੁਰਗਾਂ ਨੂੰ ਸੁਣ ਰਿਹਾ ਸਾਂ, ਬੜੀ ਸੋਹਣੀ ਗੱਲ ਆਖੀ, ਕਹਿੰਦੇ ਸਾਡਾ ਗੁਰੂ ਨਾਲ ਇਤਨਾ ਕੁ ਪਿਆਰ ਹੈ, ਪ੍ਰੇਮ ਦਾ ਤੀਰ ਇਤਨਾ ਕੁ ਹੈ, ਗੁਰਬਾਣੀ ਦਾ ਜੋ ਸ਼ਬਦ, ਜੋ ਕਥਾ, ਜੋ ਕੀਰਤਨ ਗੁਰਦੁਆਰੇ ਦੇ ਵਿੱਚ ਬੈਠ ਕੇ ਸੁਣਦੇ ਹਾਂ, ਉਹ ਬਾਹਰ ਆਉਂਦਿਆਂ, ਲੰਗਰ ਛਕਦਿਆਂ, ਜੋੜੇ ਪਾਉਂਦਿਆਂ ਤੇ ਗੇਟ ਤੋਂ ਬਾਹਰ ਜਾਂਦਿਆਂ ਸਭ ਖਤਮ ਹੋ ਜਾਂਦਾ, ਉੱਥੇ ਹੀ ਖਤਮ ਹੋ ਜਾਂਦਾ। ਅਸੀਂ ਗੁਰਦੁਆਰੇ ਦਾ ਗੁਰਦੁਆਰੇ ਹੀ ਛੱਡ ਆਉਂਦੇ ਹਾਂ, ਨਾਲ ਨਹੀਂ ਲੈ ਕੇ ਆਉਂਦੇ, ਕਿਉਂਕਿ ਬਾਣੀ ਦੇ ਤੀਰ ਲਵਾਉਣੇ ਬਹੁਤ ਔਖੇ ਨੇ। ਗੁਰੂ ਮਿਹਰ ਕਰੇ ਇਹ ਤੀਰ ਕਿਸੇ ਦੇ ਲੱਗ ਜਾਏ, ਭਾਵ ਬਾਣੀ ਕਿਸੇ ਦੇ ਮਨ ਦੇ ਉੱਪਰ ਚੋਟ ਕਰ ਜਾਏ। ਗੁਰਬਾਣੀ ਦੀ ਚੋਟ ਸਹਾਰਨੀ ਬੜੀ ਔਖੀ ਹੈ। ਬਾਣੀ ਦਾ ਕਬੀਰ ਜੀ ਦਾ ਸ਼ਬਦ ਹੈ, ਚੋਟ ਸਹਾਰਾ ਸ਼ਬਦ ਕੀ ਦਾਸ ਗੁਰੂ ਮੈਂ ਦਾਸ। ਕਹਿੰਦੇ ਜਿਹੜਾ ਸ਼ਬਦ ਦੀ ਚੋਟ, ਗੁਰਬਾਣੀ ਦੀ ਚੋਟ, ਗੁਰੂ ਦੇ ਹੁਕਮ ਦੀ ਚੋਟ ਨੂੰ ਸਹਿ ਜਾਏ ਨਾ, ਮੈਂ ਉਹਨੂੰ ਆਪਣਾ ਗੁਰੂ ਮੰਨਾਂਗਾ ਤੇ ਮੈਂ ਉਹਦਾ ਦਾਸ ਹੋ ਜਾਵਾਂਗਾ। ਹਰ ਪ੍ਰੇਮ ਬਾਣੀ, ਪ੍ਰੇਮ ਦੀ ਬਾਣੀ ਨੇ, ਇਸ ਬਾਣੀ ਦੇ ਪ੍ਰੇਮ ਨੇ, ਬਾਣੀ ਦੇ ਗਿਆਨ ਨੇ, ਬਾਣੀ ਦੀ ਨੌਲੇਜ ਨੇ, ਬਾਣੀ ਦੀ ਸਮਝ ਨੇ, ਗੁਰਬਾਣੀ ਦੀ ਸੋਝੀ ਨੇ ਮੇਰਾ ਮਨ ਮਾਰ ਦਿੱਤਾ। ਅਣਿਆਲੇ ਅਣੀਆਂ ਰਾਮ ਰਾਜੇ, ਇਹ ਤੀਰ ਬੜਾ ਅਣੀਆਂ ਵਾਲਾ ਹੈ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਹੁਣ ਕਹਿੰਦੇ ਇਹ ਜਿਹੜੀ ਪੀਰ ਆ ਨਾ, ਪੀਰ ਦਾ ਅਰਥ ਹੁੰਦਾ ਪੀੜ, ਦਰਦ। ਪੀਰ ਸ਼ਬਦ ਦਾ ਅਰਥ ਫਕੀਰ ਵੀ ਹੁੰਦਾ ਹੈ, ਕੋਈ ਰੱਬੀ ਰੰਗ ਵਿੱਚ ਰੱਤੀ ਹੋਈ ਰੂਹ, ਇਸਲਾਮੀ ਜਗਤ ਵਿੱਚ ਉਹਨੂੰ ਪੀਰ ਕਹਿੰਦੇ ਨੇ। ਹੁਣ ਜੇ ਇਹਦੇ ਅਰਥ ਅਸੀਂ ਅੱਖਰੀ ਰੂਪ ਚ ਕਰਾਂਗੇ, ਫਿਰ ਬੰਦਾ ਕਹੇਗਾ ਵੀ ਇੱਥੇ ਲਿਖਿਆ ਤਾਂ ਪੀਰ ਹੋਇਆ, ਦਾ ਦਰਦ ਕਿਵੇਂ ਹੋ ਜਾਏ। ਮੁਲਤਾਨੀ ਭਾਸ਼ਾ ਦੇ ਵਿੱਚ ਰਾੜਾ ਨਹੀਂ ਬੋਲਿਆ ਜਾਂਦਾ, ਉੱਥੇ ਰਾਰਾ ਬੋਲਦੇ ਨੇ। ਅਸੀਂ ਬੋਲਾਂਗੇ ਪੀੜ, ਉਹ ਬੋਲਣਗੇ ਪੀਰ। ਅਸੀਂ ਬੋਲਾਂਗੇ ਪੈਰ, ਉਹ ਬੋਲਣਗੇ ਪੇਰ। ਅਸੀਂ ਬੋਲਾਂਗੇ ਦੂਜਾ, ਉਹ ਬੋਲਣਗੇ ਦੂਜਾ, ਡੱਡੇ ਨਾਲ। ਇਹ ਫਰਕ ਹੈ ਸਾਡੀ ਭਾਸ਼ਾ ਚ ਥੋੜਾ ਜਿਹਾ। ਉੱਥੋਂ ਸ਼ਬਦ ਆਇਆ ਹੋਇਆ ਪੀਰ। ਜਿਸ ਲਾਗੀ, ਜਿਸ ਦੇ ਮਨ ਤੇ ਇਹ ਪ੍ਰੇਮ ਦੀ ਬਾਣੀ ਲੱਗੀ, ਪੀਰ ਪਿਰਮ ਕੀ, ਉਹ ਇਸ ਪਿਰ ਦੀ, ਖਸਮ ਦੀ ਪੀੜ ਨੂੰ ਮਹਿਸੂਸ ਕਰਦਾ, ਸੋ ਜਾਣੈ ਜਰੀਆ।
ਉਹੀ ਇਸ ਪੀੜ ਦੇ ਦਰਦ ਦੇ ਅਹਿਸਾਸ ਨੂੰ ਜਾਣੇਗਾ, ਜਰੇਗਾ, ਜਿਹਦੇ ਇਹ ਤੀਰ ਲੱਗਿਆ ਹੈ। ਜਿਹਨੇ ਸ਼ਬਦ ਗੁਰੂ ਦੀ ਚੋਟ ਸਹਾਰੀ ਹੈ ਨਾ, ਉਹਨੂੰ ਪਤਾ ਵੀ ਇਸ ਚੋਟ ਦਾ ਦਰਦ ਕੀ ਹੈ। ਦੂਜੇ ਨੂੰ ਨਹੀਂ ਪਤਾ, ਦੂਸਰੇ ਨੂੰ ਕੀ ਪਤਾ। ਤੁਹਾਡੇ ਅੰਦਰ ਭੁੱਖ ਪਿਆਸ ਹੈ, ਮੈਂ ਉਹਦਾ ਕੀ ਅਹਿਸਾਸ ਕਰ ਸਕਦਾ? ਮੇਰੇ ਅੰਦਰ ਕੀ ਭੁੱਖ ਪਿਆਸ, ਕੀ ਦੁੱਖ ਦਰਦ ਹੈ, ਤੁਸੀਂ ਨਹੀਂ ਅਹਿਸਾਸ ਕਰ ਸਕਦੇ। ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹਦੇ ਅੰਦਰ ਇਹ ਪ੍ਰੇਮ ਦੀ ਬਾਣੀ ਦਾ ਤੀਰ ਲੱਗਦਾ ਹੈ, ਉਹਦੇ ਅੰਦਰ ਜਿਹੜੀ ਪੀਰ ਹੈ, ਜਿਹੜੀ ਉਹਨੇ ਜਰੀ ਹੈ, ਸੋ ਜਾਣਿਆ ਜਰੀਆ ਉਹੀ ਜਾਣਦਾ ਜਿਸਨੇ ਇਸ ਪੀਰ ਨੂੰ ਜਰਿਆ ਹੈ, ਜਿਹਨੇ ਇਸ ਸ਼ਬਦ ਦਾ ਆਨੰਦ ਮਾਣਿਆ ਹੈ। ਪੰਜ ਕਹਾਂ, ਜਿਹਨੇ ਗੁਰਮਤ ਦਾ ਆਨੰਦ ਮਾਣਿਆ, ਜਿਹਨੇ ਗੁਰਮਤ ਦੇ ਵਿੱਚੋਂ ਤੱਤ ਲੈ ਕੇ ਆਪਣੇ ਅੰਦਰ ਨੂੰ ਆਨੰਦਿਤ ਕੀਤਾ ਹੈ, ਸੋ ਜਾਣਿਆ ਜਰੀਆ ਜੀਵਨ ਮੁਕਤ ਸੋ ਆਖੀ ਹੈ, ਮਰ ਜੀਵੈ ਮਰੀਆ। ਹੁਣ ਜੀਵਨ ਮੁਕਤ ਉਹਨੂੰ ਆਖਿਆ ਜਾਏਗਾ, ਉਹੀ ਆਖਿਆ ਜਾਣਾ ਚਾਹੀਦਾ ਹੈ, ਉਹੀ ਜੀਵਨ ਮੁਕਤ ਹੁੰਦਾ ਹੈ। ਮਰ ਜੀਵੈ ਮਰੀਆ, ਜੋ ਮਰਦਾ ਤੇ ਮਰ ਕੇ ਫੇਰ ਜਿਉਂਦਾ ਹੋ ਜਾਂਦਾ। ਆਹ ਗੱਲ ਵੀ ਗੁਰਬਾਣੀ ਨੇ ਕਹੀ ਹੈ ਵੀ ਪਹਿਲਾਂ ਮਰਨਾ ਤੇ ਫੇਰ ਜਿਉਂਦੇ ਹੋਣਾ। ਹੁਣ ਕਮਾਲ ਦੀ ਗੱਲ ਹੈ, ਸੰਸਾਰ ਵਿੱਚ ਪਹਿਲਾਂ ਜੀਵਨ ਹੈ ਤੇ ਫਿਰ ਮੌਤ ਹੈ, ਪਰ ਗੁਰੂ ਘਰ ਦੇ ਵਿੱਚ ਪਹਿਲਾਂ ਮੌਤ ਹੈ ਤੇ ਫਿਰ ਜਨਮ ਹੈ। ਇਹ ਉਲਟੀ ਚਾਲ ਹੈ। ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਇੱਥੇ ਸੰਸਾਰ ਤੋਂ ਉਲਟਾ ਹੀ ਚੱਲਦਾ ਸਭ ਕੁਝ। ਮਹਾਰਾਜ ਕਹਿੰਦੇ ਮਰ, ਪਹਿਲਾਂ ਮਰ, ਫਿਰ ਜੀਵੈ ਮਰੀਆ, ਫਿਰ ਜਿਉਂਦਾ ਹੋ, ਮਰ ਕੇ ਜਿਉਣਾ। ਇੱਕ ਹੋਰ ਥਾਂ ਤੇ ਅਸੀਂ ਪੜ੍ਹਦੇ ਹਾਂ, ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਜੇ ਕੋਈ ਜੀਵ ਆਪਣੇ ਅੰਦਰ ਨੂੰ ਸ਼ਬਦ ਨਾਲ ਮਾਰ ਲੇ, ਸ਼ਬਦ ਦੁਆਰਾ, ਸ਼ਬਦ ਦੇ ਦੱਦੇ ਨੂੰ ਉੱਤੇ ਸਿਹਾਰੀ ਹੈ, ਸ਼ਬਦ ਮਰੋ, ਸ਼ਬਦ ਦੁਆਰਾ ਮਰ ਜਾਓ। ਜਿਵੇਂ ਇੱਥੇ ਪ੍ਰੇਮ ਦੀ ਬਾਣੀ ਨਾਲ ਮਨ ਦਾ ਮਰ ਜਾਣਾ, ਇੱਛਾਵਾਂ ਨੂੰ ਮਾਰੋ, ਫਿਰ ਜੀਵੋ ਸਦਹੀ। ਉਸ ਤੋਂ ਬਾਅਦ ਜੋ ਮਨ ਦਾ ਜੀਵਨ ਹੁੰਦਾ ਹੈ, ਤਾਂ ਫਿਰ ਮਰਨ ਨਾ ਹੋਈ। ਉਸ ਤੋਂ ਬਾਅਦ ਮਨ ਦੀ ਕਦੇ ਮੌਤ ਨਹੀਂ ਹੁੰਦੀ। ਸਰੀਰ ਜੰਮਦਾ ਮਰਦਾ ਰਹੇਗਾ, ਮਨ ਪੂਰਨ ਤੌਰ ਤੇ ਇੱਕ ਸਦ ਜੀਵਨ ਵਾਲੇ ਪਾਸੇ ਚਲਾਏਗਾ। ਜੀਵਨ ਮੁਕਤ ਕੀ ਹੁੰਦਾ ਹੈ? ਸਾਡਾ ਜਿਹੜਾ ਜੀਵਨ ਹੈ, ਇਹਦੇ ਵਿੱਚ ਬੰਧਨ ਨੇ, ਸਾਡੇ ਸਾਰਿਆਂ ਦੇ ਬੜੇ ਬੰਧਨ ਨੇ। ਅਸੀਂ ਬੜੇ ਬੰਧਨਾਂ ਵਿੱਚ ਹਾਂ। ਕੋਈ ਪਰਿਵਾਰ ਦੇ ਬੰਧਨਾਂ ਚ ਬੱਧਾ ਹੋਇਆ ਹੈ, ਕੋਈ ਕਾਰੋਬਾਰ ਦੇ ਬੰਧਨਾਂ ਚ ਬੱਧਾ ਹੋਇਆ, ਕੋਈ ਦੁੱਖਾਂ ਦੇ ਬੰਧਨਾਂ ਚ ਬੱਧਾ ਹੋਇਆ, ਕੋਈ ਵਿਕਾਰ ਦੇ ਬੰਧਨ ਚ ਬੱਧਾ ਹੋਇਆ, ਕੋਈ ਕਿਸੇ ਦੇ ਪਿਆਰ ਦੇ ਬੰਧਨ ਚ ਬੱਧਾ ਹੋਇਆ, ਕੋਈ ਮੋਹ ਮਮਤਾ ਚ ਬੱਧਾ ਹੋਇਆ, ਕੋਈ ਹੰਕਾਰ ਚ ਬੱਧਾ ਹੋਇਆ। ਸਾਰੇ ਬੰਧਨ, ਹਰ ਵਿਕਾਰ, ਹਰ ਅਗਿਆਨਤਾ, ਹਰ ਭਰਮ ਬੰਧਨ ਹੈ। ਹਰ ਤਰ੍ਹਾਂ ਦਾ ਬੰਧਨ ਜਿੱਥੇ ਟੁੱਟਦਾ ਹੈ, ਪਰ ਮੈਂ ਬੇਨਤੀ ਕਰਦੇ ਹਾਂ, ਇਹ ਮੁਕਤੀ ਸਾਨੂੰ ਜਿਉਂਦੇ ਜੀ ਮਿਲਣੀ ਹੈ। ਇੱਥੇ ਮਰਨ ਦੀ ਮੁਕਤੀ ਦੀ ਗੱਲ ਨਹੀਂ ਹੈ। ਮੁਕਤੀ ਜਿਸ ਨੂੰ ਮਿਲੇਗੀ ਜਿਉਂਦੇ ਜੀ ਮਿਲੇਗੀ, ਮਰ ਕੇ ਕੋਈ ਮੁਕਤੀ ਦਾ ਕਨਸੈਪਟ ਗੁਰਮਤ ਵਿੱਚ ਨਹੀਂ ਹੈ। ਇਹ ਗੱਲ ਵੱਖਰੀ ਹੈ ਵੀ ਅਸੀਂ ਵੀ ਦੇਖਾ ਦੇਖੀ ਇਹ ਮੰਨ ਲਿਆ ਵੀ ਜਿਹੜੀਆਂ ਪੁਰਾਣੀ ਚੜ੍ਹਾਈ ਕਰ ਜਾਏ, ਉਹਦੀਆਂ ਹੱਡੀਆਂ ਗੰਗਾ ਪਾ ਦਿਓ, ਹਰਿਦੁਆਰ ਪਾ ਦਿਓ, ਕੀਰਤਪੁਰ ਸਾਹਿਬ ਪਾ ਦਿਓ, ਉੱਥੇ ਪਾ ਦਿਓ, ਉੱਥੇ ਪਾ ਦਿਓ, ਮੁਕਤੀ ਹੋ ਜਾਏਗੀ। ਨਹੀਂ, ਐਸਾ ਗੁਰਬਾਣੀ ਚ ਕਿਤੇ ਨਹੀਂ ਆਖਿਆ। ਕਿਉਂਕਿ ਮੁਕਤੀ ਹੋਣੀ ਹੈ ਜੀਵ ਦੀ, ਮੁਕਤੀ ਹੋਣੀ ਹੈ ਮਨ ਦੀ, ਆਤਮਾ ਦੀ। ਉਹਨੇ ਜਿਹੜੇ ਕਰਮ ਕੀਤੇ ਨੇ ਉਹਦੇ ਹਿਸਾਬ ਨਾਲ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ। ਜੋ ਜਿਉਂਦੇ ਜੀ ਬੰਧਨਾਂ ਤੋਂ ਮੁਕਤ ਹੋ ਜਾਏ, ਜਿਸਨੇ ਜਿਉਂਦੇ ਜੀ ਹੰਕਾਰ ਤੋਂ ਮੁਕਤੀ ਪਾ ਲਈ, ਜਿਸਨੇ ਜਿਉਂਦੇ ਜੀ ਨਫ਼ਰਤ ਤੋਂ, ਈਰਖਾ ਤੋਂ, ਦਵੈਸ਼ ਤੋਂ, ਲੋਭ ਤੋਂ, ਮੋਹ ਤੋਂ, ਵਿਸ਼ਿਆਂ ਤੋਂ, ਵਾਸ਼ਨਾਵਾਂ ਤੋਂ ਮੁਕਤੀ ਪਾ ਗਿਆ, ਮਹਾਰਾਜ ਕਹਿੰਦੇ ਉਹ ਜੀਵਨ ਮੁਕਤ ਹੈ। ਜੀਵਨ ਮੁਕਤ ਸੋ ਆਖੀ ਹੈ, ਮਰ ਜੀਵੈ ਮਰੀਆ। ਜਾਂ ਨਾਨਕ ਸਤਿਗੁਰ ਮੇਲ ਹਰ, ਜਗ ਦੁਤਰ ਤਰਿਆ। ਹੁਣ ਇੱਥੇ ਮਹਾਰਾਜ ਫਿਰ ਬੇਨਤੀ ਕਰਦੇ ਨੇ, ਇਹ ਜਨ ਨਾਨਕ, ਦਾਸ ਨਾਨਕ ਬੇਨਤੀ ਕਰਦਾ, ਸਤਿਗੁਰ ਮੇਲ ਹਰ, ਇਹ ਮੇਰੇ ਵਾਹਿਗੁਰੂ ਜੀ ਮੈਨੂੰ ਸਤਿਗੁਰ ਦਾ ਮਿਲਾਪ ਬਖਸ਼ੋ, ਮੇਰੇ ਮਨ ਦੇ ਅੰਦਰ ਸੱਚਾ ਗਿਆਨ ਬਖਸ਼ਿਸ਼ ਕਰੋ। ਜਗ ਦੁਤਰ ਤਰਿਆ, ਦੁਤਰ ਦਾ ਅਰਥ ਹੁੰਦਾ ਜਿਹਨੂੰ ਤਰਨਾ ਬਹੁਤ ਔਖਾ ਹੈ। ਹੁਣ ਜਿਹੜਾ ਸੰਸਾਰ ਹੈ, ਇੱਕ ਐਸਾ ਸਾਗਰ ਹੈ, ਇਹਨੂੰ ਤਰਨਾ ਬਹੁਤ ਔਖਾ ਹੈ। ਗੰਗਾ ਪਾਰ ਕਰ ਲਵਾਂਗੇ, ਸਤਲੁਜ ਪਾਰ ਕਰ ਲਾਂਗੇ, ਬਿਆਸ ਪਾਰ ਕਰ ਜਾਓਗੇ, ਵੱਡੇ ਵੱਡੇ ਦਰਿਆ, ਨਦੀਆਂ, ਸਮੁੰਦਰ ਅਸੀਂ ਜਹਾਜ਼ਾਂ ਚ ਚੜ ਕੇ ਪਾਰ ਕਰਦੇ ਹਾਂ। ਪਰ ਮਹਾਰਾਜ ਕਹਿੰਦੇ ਜਗ ਦੁਤਰ, ਇਹ ਦੁਤਰ ਦਾ ਅਰਥ ਹੁੰਦਾ ਜਿਹਨੂੰ ਤਰਨਾ ਬਹੁਤ ਔਖਾ ਹੈ, ਬਹੁਤ ਭਿਆਨਕ, ਬੜਾ ਵੱਡਾ, ਕਠਿਨ ਤਰਿਆ। ਪਰ ਜਦੋਂ ਸਤਿਗੁਰ ਮਿਲ ਪਏ, ਇਸ ਦੁਤਰ ਨੂੰ ਵੀ ਤਰਿਆ ਜਾਂਦਾ। ਹੁਣ ਅੱਗੇ ਆ ਗਿਆ ਜੀ ਸ਼ਲੋਕ, ਦੂਸਰੀ ਪੌੜੀ ਦਾ ਪਹਿਲਾ ਸ਼ਲੋਕ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਜੋ ਟੀਕਿਆਂ ਵਿੱਚ ਅਰਥ ਨੇ, ਜੋ ਸਾਡੇ ਕੋਲ ਟ੍ਰਾਂਸਲੇਸ਼ਨ ਹੋਈ ਹੈ ਟੀਕਿਆਂ ਦੇ ਵਿੱਚ, ਅਰਥ ਬੋਧ ਜਿਹੜੇ ਸਾਡੇ ਕੋਲ ਹਨ, ਉਹਨਾਂ ਨੇ ਅਰਥ ਕੀਤੇ ਨੇ ਵੀ ਤੇਰੇ ਖੰਡ ਤੇ ਬ੍ਰਹਮੰਡ ਸਾਰੇ ਸੱਚੇ ਹਨ। ਤੇਰੇ ਲੋ, ਜਿੰਨੇ ਲੋਕ ਨੇ, ਜਿੱਥੇ ਜਿੱਥੇ
ਆਬਾਦੀ ਹੈ, ਜਿੱਥੇ ਜਿੱਥੇ ਮਨੁੱਖੀ ਹੈ, ਜਿੱਥੇ ਜਿੱਥੇ ਰਚਨਾ ਹੈ, ਜਿੱਥੇ ਜਿੱਥੇ ਜੀਵ ਵਸਦੇ ਨੇ, ਤੇ ਜਿਹੜੇ ਸਾਰੇ ਆਕਾਰ, ਇਹਨੂੰ ਥੋੜਾ ਜਿਹਾ ਅਸੀਂ ਬਦਲ ਕੇ ਪੜ੍ਹ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹਾਂ, ਸ਼ਾਇਦ ਸਾਨੂੰ ਕੁਝ ਨਵਾਂ ਲੱਭ ਜਾਏ। ਇਹਨੂੰ ਪੜੋ, ਸੱਚੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। हे ਵਾਹਿਗੁਰੂ ਜੀ, ਤੂੰ ਸੱਚਾ ਹੈ, ਅਕਾਲ ਪੁਰਖ ਸੱਚਾ ਹੈ ਨਾ, ਉਹ ਤੇ ਆਦ ਸੱਚ ਜੁਗਾਦ ਸੱਚ ਹੈ। ਉਹਨੂੰ ਸੰਬੋਧਨ ਕਰੋ, ਸੱਚੇ। हे ਵਾਹਿਗੁਰੂ ਜੀ, हे ਸੱਚੇ ਪਿਤਾ ਜੀ, ਇਹ ਜਿੰਨੇ ਖੰਡ ਹਨ ਇਹ ਤੇਰੀ ਰਚਨਾ ਹੈ, ਜਿੰਨੇ ਬ੍ਰਹਿਮੰਡ ਹਨ हे ਸੱਚੇ, ਇਹ ਵੀ ਤੇਰੇ ਸਾਜੇ ਹੋਏ ਹਨ। ਸੱਚੇ ਤੇਰੇ ਲੋ, ਸੱਚੇ ਆਕਾਰ, ਇਹ ਲੋਕ ਵੀ ਤੂੰ ਪੈਦਾ ਕੀਤੇ, ਆਕਾਰ ਵੀ ਤੂੰ ਪੈਦਾ ਕੀਤੇ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਜੋ ਕੁਝ ਕੀਤਾ ਤੂੰ ਕੀਤਾ, ਤੇਰੇ ਕੀਤੇ ਹੋਏ ਦੇ ਉੱਪਰ ਸਾਰੇ ਪਾਸੇ ਵਿਚਾਰ ਚੱਲਦੀ ਹੈ। ਹੁਣ ਮੈਂ ਬੇਨਤੀ ਕਿਉਂ ਕੀਤੀ ਹੈ, ਤੁਹਾਡੇ ਕੋਲ ਜੇ ਮੋਬਾਈਲ ਦੇ ਵਿੱਚ ਜਾਂ ਕਿਸੇ ਵੀ ਕਿਸਮ ਦਾ ਟੀਕਾ ਹੈ, ਤੁਸੀਂ ਉੱਥੇ ਪੜ੍ਹ ਕੇ ਵੇਖ ਸਕਦੇ ਹੋ। ਉੱਥੇ ਲਿਖਿਆ ਹੈ ਵੀ ਤੇਰੇ ਖੰਡ ਬ੍ਰਹਿਮੰਡ ਸੱਚੇ ਨੇ, ਭਾਵ ਤੇਰੀ ਰਚਨਾ ਸੱਚੀ ਹੈ, ਕ੍ਰੀਏਸ਼ਨ ਸੱਚੀ ਹੈ, ਤੇਰੇ ਲੋਕ ਆਕਾਰ ਸੱਚੇ ਨੇ, ਜੀ ਜੰਤ ਸੱਚੇ ਨੇ। ਪਰ ਜਦੋਂ ਅਸੀਂ ਗੁਰਬਾਣੀ ਦਾ ਦੂਸਰਾ ਪੱਖ ਵੇਖਾਂਗੇ, ਇਸੇ ਆਸਾ ਕੀ ਵਾਰ ਅੰਦਰ 10ਵੀਂ ਪੌੜੀ ਵਿੱਚ ਆ ਜਾਏਗਾ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ, ਕੂੜ ਮੀਆਂ ਕੂੜ ਬੀਬੀ ਕੱਪ ਹੋਏ ਕਾਰ, ਕੂੜ ਕੂੜਾ ਨਹੀਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਡੁੱਬੈ ਪੂਰ, ਨਾਨਕ ਵਖਾਣਾ ਬੇਨਤੀ ਤੁਧ ਬਾਜ ਮੈਂ ਨਹੀਂ ਕਰਦਾ, ਕੂੜੋ ਕੂੜ, ਤੇਰੇ ਤੋਂ ਬਿਨਾਂ ਸਭ ਕੂੜ ਹੈ। ਕੂੜ ਦਾ ਅਰਥ ਹੁੰਦਾ ਝੂਠ। ਹੁਣ ਧਿਆਨ ਵਿੱਚ ਰੱਖਿਓ, ਇਸੇ ਬਾਣੀ ਦੇ ਵਿੱਚ ਪਹਿਲੀ ਪਾਤਸ਼ਾਹੀ ਦਾ ਹੀ ਸ਼ਲੋਕ ਉਹ ਹੈ, ਪਹਿਲੀ ਪਾਤਸ਼ਾਹੀ ਦਾ ਸ਼ਲੋਕ ਇਹ ਹੈ। ਹੁਣ ਸਹੀ ਗੱਲ ਤੇ ਇੱਕ ਹੋ ਸਕਦੀ ਹੈ, ਜਾਂ ਤੇ ਸਾਰਾ ਕੁਝ ਝੂਠ ਮੰਨਣਾ ਪਏਗਾ ਜਾਂ ਸੱਚ ਮੰਨਣਾ ਪਏਗਾ। ਫੜ ਲਓ। ਜੇ ਹੁਣ ਅਸੀਂ ਇਹਦੇ ਅਰਥ ਇਸ ਤਰ੍ਹਾਂ ਕਰਦੇ ਹਾਂ ਵੀ ਤੇਰੇ ਖੰਡ ਬ੍ਰਹਿਮੰਡ ਸੱਚੇ ਹਨ, ਫਿਰ ਕੂੜ ਸਭ ਸੰਸਾਰ ਦੇ ਅਰਥ ਕੀ ਕਰਾਂਗੇ? ਫਿਰ ਸਮੱਸਿਆ ਪੈਦਾ ਹੋਏਗੀ ਸਾਨੂੰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਮੀਆਂ ਬੀਬੀ ਭਾਵ ਕੀ ਹੈ? ਮਨੁੱਖ ਤੇ ਜਿੰਨੇ ਜੀ ਜੰਤੂ, ਔਰਤਾਂ ਮਰਦ ਮਨੁੱਖ ਬੱਚੇ ਬੁੱਢੇ ਸਭ ਝੂਠ ਨੇ। ਲੋਕ ਆਪਾਂ ਸਾਰੇ ਲੋਕਾਂ ਚ ਜਿੱਥੇ ਦੁਨੀਆ ਵਸਦੀ ਹੈ, ਇੱਥੇ ਕਹਿ ਰਹੇ ਨੇ ਸੱਚੇ, ਉੱਥੇ ਕਹਿ ਰਹੇ ਨੇ ਝੂਠੇ। ਹੁਣ ਅਸੀਂ ਕਿਹੜੀ ਗੱਲ ਮੰਨੀਏ? ਗੁਰੂ ਸਾਹਿਬ ਦੋ ਗੱਲਾਂ ਤੇ ਨਹੀਂ ਨਾ ਕਰ ਸਕਦੇ, ਭਰਮ ਚ ਤੇ ਨਹੀਂ ਨਾ ਸਾਨੂੰ ਪਾਣਗੇ। ਗੁਰਮਤ ਨੇ ਸਾਡੇ ਭਰਮ ਦੂਰ ਕੀਤੇ ਨੇ। ਸੱਚੇ ਨੂੰ ਅਸੀਂ ਥੋੜਾ ਜਿਹਾ ਵੱਖ ਕਰਕੇ ਪੜਾਂਗੇ। ਸੱਚੇ ਨੂੰ ਸੰਬੋਧਨ ਕਰੋ ਵੀ ਸੱਚੇ, ਜਾਂ ਇਹ ਕਰੋ, ਹੇ ਵਾਹਿਗੁਰੂ ਜੀ ਸੱਚੇ ਤੇਰੇ ਕੀਤੇ ਹੋਏ ਖੰਡ ਤੇ ਤੇਰੇ ਕੀਤੇ ਹੋਏ ਹੀ ਬ੍ਰਹਿਮੰਡ ਹਨ। ਹੇ ਸੱਚੇ ਵਾਹਿਗੁਰੂ ਜੀ, ਤੇਰੇ ਹੀ ਇਹ ਲੋਕ ਹਨ, ਤੇਰੇ ਹੀ ਆਕਾਰ ਹਨ, ਤੇਰੇ ਕੀਤੇ ਤੇ ਹੀ ਸਾਰੀ ਵਿਚਾਰ ਹੋ ਰਹੀ ਹੈ। ਸੱਚਾ ਤੇਰਾ ਅਮਰ, ਹੇ ਵਾਹਿਗੁਰੂ ਜੀ ਤੇਰਾ ਜਿਹੜਾ ਅਮਰ, ਅਮਰ ਦਾ ਅਰਥ ਹੁੰਦਾ ਹੁਕਮ, ਉਹ ਸੱਚਾ ਹੈ। ਸਾਡੇ ਹੁਕਮ ਝੂਠੇ ਨੇ, ਸਾਡੀ ਮਨ ਦੀ ਕਲਪਨਾ ਝੂਠੀ ਹੈ, ਪਰ ਤੇਰਾ ਅਮਰ, ਅਮਰ ਦਾ ਅਰਥ ਹੁੰਦਾ ਹੁਕਮ। ਅਮਰ ਸ਼ਬਦ ਦੋ ਤਿੰਨ ਤਰੀਕਿਆਂ ਨਾਲ ਗੁਰਬਾਣੀ ਵਿੱਚ ਆਏਗਾ। ਅਮਰ ਦਾ ਅਰਥ ਹੁਕਮ, ਅਮਰ ਦਾ ਅਰਥ ਅਮਰ, ਜਦੋਂ ਅਸੀਂ ਇਹਨੂੰ ਪੜਾਂਗੇ ਅਮਰ, ਜਿੱਥੇ ਮੌਤ ਨਹੀਂ ਹੁੰਦੀ, ਮੌਤ ਤੋਂ ਪਰੇ। ਤੇ ਅਮਰ ਦਾ ਅਰਥ ਹੈ ਗੁਰੂ ਅਮਰਦਾਸ ਜੀ। ਨਾਨਕ ਜਗਤ ਅੰਗਦ ਨਾਨਕ ਪ੍ਰਸਾਦ ਅੰਗਦ ਜੁਗਤ, ਗੁਰ ਅਮਰ ਅਮਰ ਵਰਤਾਇਓ, ਗੁਰ ਅਮਰ ਅਮਰ ਵਰਤਾਇਓ। ਹਾਂਜੀ, ਆਪਣਾ ਮਾਈਕ ਆਫ ਕਰੋ ਜੀ, ਕਿਸੇ ਦਾ ਮਾਈਕ ਆਨ ਹੈ। ਬੇਨਤੀ ਧਿਆਨ ਰੱਖੋ, ਸਾਰੇ ਮਿਊਟ ਹੋ ਜਾਓ ਪਲੀਜ਼। ਨਾਨਕ ਪ੍ਰਸਾਦ ਅੰਗਦ ਜੁਗਤ, ਗੁਰ ਅਮਰ ਅਮਰ ਵਰਤਾਇਓ। ਅਮਰਦਾਸ ਜੀ ਨੇ ਗੁਰੂ ਨਾਨਕ ਦੀ ਕਿਰਪਾ ਤੇ ਗੁਰੂ ਅੰਗਦ ਦੇਵ ਜੀ ਤੋਂ ਜੁਗਤੀ ਲੈ ਕੇ ਅਮਰਦਾਸ ਜੀ ਨੇ ਹੁਕਮ ਨੂੰ ਵਰਤਾਇਆ। ਅਮਰ ਦੇ ਤਿੰਨ ਅਰਥ ਹੋ ਗਏ। ਇੱਥੇ ਹੈ ਅਮਰ ਦਾ ਅਰਥ ਹੁਕਮ, ਦੀਵਾਨ, ਦਰਬਾਰ, ਆਫਿਸ, ਜਿੱਥੇ ਉਹ ਬਹਿੰਦਾ ਹੈ। ਕਿੱਥੇ ਬਹਿੰਦਾ ਹੈ? ਕਹਿੰਦੇ ਤੂੰ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਹੈ। ਹਿਰਦੇ ਰੂਪ ਦੀਵਾਨ ਸੱਚਾ ਹੈ, ਸਰੀਰ ਦਾ ਦੀਵਾਨ ਝੂਠਾ ਹੈ। ਕਿਉਂਕਿ ਝੂਠ ਦਾ ਅਰਥ ਹੁੰਦਾ ਜੋ ਬਿਨਸ ਜਾਂਦਾ ਹੈ, ਜੋ ਖਤਮ ਹੋ ਜਾਂਦਾ ਹੈ, ਜੋ ਮਿਟ ਜਾਂਦਾ ਹੈ, ਜੋ ਫਨਾ ਹੋ ਜਾਂਦਾ, ਜੋ ਚੇਂਜ ਹੋ ਜਾਂਦਾ ਹੈ, ਜਿਸ ਵਿੱਚ ਬਦਲਾਅ ਵੀ ਆ ਜਾਂਦਾ, ਜੋ ਪੁਰਾਣਾ ਵੀ ਹੋ ਜਾਂਦਾ ਹੈ। ਸਰੀਰ ਨੂੰ ਵੀ ਅਸੀਂ ਦੀਵਾਨ ਮੰਨਾਂਗੇ, ਪਰ ਸਰੀਰ ਦਾ ਦੀਵਾਨ ਚਲੰਤ ਹੈ। ਇਹ ਜੰਮਦਾ ਹੈ, ਫਿਰ ਵੱਡਾ ਹੁੰਦਾ ਹੈ, ਫਿਰ ਛੋਟਾ ਹੋ ਜਾਂਦਾ ਤੇ ਅਖੀਰ ਚ ਖਤਮ ਹੋ ਜਾਂਦਾ। ਪਰ ਜਿਹੜਾ ਤੇਰਾ ਦੀਵਾਨ ਹੈ ਉਹ ਸੱਚਾ ਹੈ। ਕਿਉਂ? ਜੋ ਜੰਮਦਾ ਨਹੀਂ, ਮਰਦਾ ਨਹੀਂ, ਬੁੱਢਾ ਨਹੀਂ ਹੁੰਦਾ, ਜਿੱਥੇ ਕੋਈ ਬਦਲਾਅ ਨਹੀਂ ਹੁੰਦਾ। ਉਹ ਕੀ ਹੈ? ਉਹ ਸਾਡਾ ਹਿਰਦਾ ਘਰ, ਅੰਤਰਾਤਮਾ ਦਾ ਹਿਰਦਾ ਘਰ,
ਉਹ ਸੱਚਾ ਹੈ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ। ਹੁਕਮ ਅਤੇ ਫੁਰਮਾਨ, ਅਮਰ ਦਾ ਅਰਥ ਹੁਕਮ ਪਹਿਲਾਂ ਆ ਚੁੱਕਿਆ ਹੈ, ਇੱਥੇ ਵੀ ਅਰਥ ਉਹੀ ਹੈ, ਪਰ ਇਹਦੇ ਨਾਲ ਹੁਣ ਸ਼ਬਦ ਵਰਤਿਆ ਮਹਾਰਾਜ ਨੇ ਫੁਰਮਾਨ। ਇੱਕ ਹੁਕਮ ਹੁੰਦਾ ਹੈ ਜੋ ਹਲੇ ਲਾਗੂ ਨਹੀਂ ਹੋਇਆ ਹੁੰਦਾ। ਸਰਕਾਰ ਨੇ ਜਦੋਂ ਹੁਕਮ ਨੂੰ ਲਾਗੂ ਕੀਤਾ ਉਹਨੂੰ ਫੁਰਮਾਨ ਕਹਿੰਦੇ ਹਨ, ਜੋ ਫੁਰਮਾ ਦਿੱਤਾ ਜਾਏ। ਇੱਕ ਹੁਕਮ ਹੈ ਵੀ ਅਸੀਂ ਇੱਕ ਮਤਾ ਪਾਸ ਕਰਨਾ ਹੈ, ਮਤਾ ਆ ਗਿਆ ਪਰ ਪਾਸ ਨਹੀਂ ਕੀਤਾ ਉਹ ਮਤਾ, ਪਰ ਇੱਕ ਮਤਾ ਪਾਸ ਹੋ ਗਿਆ ਉਹ ਫੁਰਮਾਨ ਬਣ ਜਾਂਦਾ। ਹੁਕਮ ਕਰ ਦੇਣਾ, ਹੁਕਮ ਦਾ ਉੱਪਰ ਐਕਸ਼ਨ ਹੋ ਜਾਣਾ, ਉਹਨੂੰ ਫੁਰਮਾਨ ਕਹਿੰਦੇ ਨੇ। ਫੁਰਮਾ ਦਿੱਤੀ ਜਾਏ ਜੋ ਗੱਲ, ਕਹਿੰਦੇ ਤੂੰ ਜਦੋਂ ਫੁਰਮਾਨ ਕਰਦਾ ਹੈ, ਭਾਵ ਜੋ ਤੇਰਾ ਹੁਕਮ ਪ੍ਰੈਕਟੀਕਲ ਰੂਪ ਵਿੱਚ ਆ ਜਾਂਦਾ ਹੈ, ਉਹ ਸੱਚ ਹੁੰਦਾ। ਕਿਉਂ? ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਵਿੱਚ ਅਸੀਂ ਕੋਈ ਚੇਂਜ ਨਹੀਂ ਲਿਆ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਭੁਚਾਲ ਨਹੀਂ ਆਉਣਾ ਚਾਹੀਦਾ ਜੀ, ਇੱਥੇ ਹਵਾ ਚੱਲਣੀ ਚਾਹੀਦੀ, ਇੱਥੇ ਨਹੀਂ ਚੱਲਣੀ ਚਾਹੀਦੀ, ਇੰਨਾ ਮੀਂਹ ਪੈ ਰਿਹਾ ਇੰਨਾ ਨਹੀਂ ਪੈਣਾ ਚਾਹੀਦਾ, ਇੱਥੇ ਆ ਹੋਣਾ ਚਾਹੀਦਾ ਇੱਥੇ ਨਹੀਂ ਹੋਣਾ ਚਾਹੀਦਾ। ਸਾਡੀ ਜਿੱਥੇ ਜ਼ੋਰ ਮਰਜ਼ੀ ਨਹੀਂ ਚੱਲਦੀ, ਉਹ ਹੁੰਦਾ ਸੱਚਾ ਹੁਕਮ, ਸੱਚਾ ਫੁਰਮਾਨ। ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ ਤੇਰਾ ਕਰਮ। ਕਰਮ ਦਾ ਅਰਥ ਇੱਥੇ ਹੈ ਬਖਸ਼ਿਸ਼। ਕਰਮ ਦੋ ਭਾਸ਼ਾਵਾਂ ਵਿੱਚੋਂ ਆ ਰਿਹਾ ਹੈ, ਇੱਥੇ ਫਾਰਸੀ ਵਾਲਾ ਕਰਮ ਹੈ। ਫਾਰਸੀ ਦੇ ਕਰਮ ਦਾ ਅਰਥ ਹੁੰਦਾ ਬਖਸ਼ਿਸ਼ ਤੇ ਸੰਸਕ੍ਰਿਤ ਦੇ ਕਰਮ ਦਾ ਅਰਥ ਹੁੰਦਾ ਕੰਮ। ਕੰਮ, ਲੇਖ ਜਾਂ ਭਾਗ। ਅਸੀਂ ਕਹਿੰਦੇ ਇਹਦੇ ਕਰਮ ਮਾੜੇ ਨੇ, ਇਹਦੇ ਭਾਗ ਮਾੜੇ ਨੇ, ਇਹਦੇ ਲੇਖ ਮਾੜੇ ਨੇ, ਜਾਂ ਇਹਨੂੰ ਕੰਮ ਨਹੀਂ ਕਰਨਾ ਆਉਂਦਾ। ਪਰ ਜਦੋਂ ਫਾਰਸੀ ਚ ਆਏਗਾ ਉਹਦਾ ਅਰਥ ਹੁੰਦਾ ਬਖਸ਼ਿਸ਼, ਕਿਰਪਾ, ਗ੍ਰੇਸ, ਰਹਿਮਤ, ਨਜ਼ਰ। ਇੱਥੇ ਫਾਰਸੀ ਵਾਲਾ ਹੈ ਤੇਰਾ ਕਰਮ, ਤੇਰੀ ਬਖਸ਼ਿਸ਼, ਤੇਰੀ ਰਹਿਮਤ ਸੱਚੀ ਹੈ। ਸੱਚਾ ਨਿਸ਼ਾਨ, ਤੇਰੀ ਨਿਸ਼ਾਨੀ ਜਿਹੜੀਆਂ ਦਾਤਾਂ ਤੂੰ ਦੇ ਰਿਹਾ ਨਾ, ਕਿਉਂਕਿ ਤੂੰ ਦਾਤਾਂ ਦੇ ਰਿਹਾ, ਸੱਚਾ ਵਾਹਿਗੁਰੂ ਜੀ ਨਿਸ਼ਾਨ। ਤੇਰੀ ਦਾਤੀ ਦਿੱਤੀ ਹੋਈ ਦਾਤ ਨੂੰ ਕੋਈ ਝੁਟਲਾ ਨਹੀਂ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਦਾਤ ਕਿਸੇ ਮਨੁੱਖ ਨੇ ਦਿੱਤੀ ਹੈ, ਇਹ ਰਚਨਾ ਕਿਸੇ ਮਨੁੱਖ ਨੇ ਰਚੀ ਹੈ, ਇਹ ਸੰਸਾਰ ਕਿਸੇ ਮਨੁੱਖ ਨੇ ਬਣਾਇਆ। ਨਹੀਂ, ਇਹਦੇ ਪਿੱਛੇ ਤੇਰੀ ਹੀ ਬਖਸ਼ਿਸ਼ ਕਰਮ ਕਰਦੀ ਹੈ। ਸੱਚੇ ਤੁਧ ਆਖੈ ਲੱਖ ਕਰੋੜ। ਹੈ ਵਾਹਿਗੁਰੂ ਜੀ, ਤੈਨੂੰ ਆਖਦੇ ਹਨ ਲੱਖਾਂ ਕਰੋੜਾਂ ਮਨੁੱਖ, ਸੰਸਾਰ ਦੀ ਲੱਖਾਂ ਕਰੋੜਾਂ ਜਨਤਾ ਆਬਾਦੀ ਕਿਸੇ ਨਾ ਕਿਸੇ ਰੂਪ ਵਿੱਚ ਤੈਨੂੰ ਧਿਆਉਂਦੀ ਹੈ, ਤੇਰੇ ਨਾਲ ਜੁੜੀ ਹੋਈ ਹੈ, ਤੈਨੂੰ ਮੰਨਦੀ ਹੈ। ਸੱਚਾ ਹੈ ਸਭ ਤਾਣ, ਸੱਚਾ ਹੈ ਸਭ ਜੋਰ। ਹੁਣ ਇੱਥੇ ਧਿਆਨ ਦਿਓ, ਇੱਥੇ ਦੁਲਾਵਾਂ ਆ ਗਈਆਂ, ਹੁਣ ਲਾ ਨਹੀਂ ਰਹੀ। ਸੱਚੇ ਸੀ, ਸੱਚਾ ਹੈ। ਹੁਣ ਸੰਬੋਧਨ ਨਹੀਂ ਹੈ, ਪਹਿਲਾਂ ਸੰਬੋਧਨ ਹੋ ਰਿਹਾ ਸੀ, ਹੁਣ ਸੰਬੋਧਨ ਨਹੀਂ ਹੈ। ਹੁਣ ਗੁਰੂ ਸਾਹਿਬ ਆਪਣੇ ਵੱਲੋਂ ਪੰਕਤੀ ਕਹਿ ਰਹੇ ਨੇ, ਸਾਰੀ ਤਰ੍ਹਾਂ ਦੀ ਤਾਕਤ, ਸਭ ਤਰ੍ਹਾਂ ਦਾ ਜ਼ੋਰ ਉਸ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ। ਸੱਚਾ ਸਭ ਤਾਣ, ਉਹਦੇ ਹੱਥ ਵਿੱਚ ਹੈ ਤਾਣ, ਉਹਦੇ ਹੱਥ ਵਿੱਚ ਹੈ ਸਾਰਾ ਜ਼ੋਰ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ। ਈਸ ਬੰਮੈ ਗਿਆਨ ਧਿਆਨ, ਧਰਤ ਹੀ ਹੈ ਚਾਹੇ ਜੀਓ। ਕਾਲ ਕਲਮ ਹੁਕਮ ਹਾਥ, ਹਰ ਹੁਕਮ ਨੂੰ ਚਲਾਉਣ ਵਾਲੀ ਕਲਮ ਤੇ ਉਹ ਸਮਾਂ, ਇਹ ਸਾਰਾ ਤੇਰੇ ਆਪਣੇ ਹੱਥ ਵਿੱਚ ਹੈ, ਤੇਰੇ ਤੋਂ ਬਾਹਰ ਕੁਝ ਵੀ ਨਹੀਂ। ਉਹ ਕੀ ਹੈ? ਸੱਚਾ ਸਭ ਤਾਣ, ਸੱਚੇ ਦੇ ਹੱਥ ਵਿੱਚ ਹੈ ਸਾਰਾ ਤਾਣ, ਤਾਕਤ ਤੇ ਸਾਰਾ ਜ਼ੋਰ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਜਿਹੜੀ ਤੇਰੀ ਸਿਫਤ ਸਲਾਹ ਹੈ ਉਹ ਸੱਚੀ ਹੈ, ਜਿਹੜੀ ਮਨੁੱਖ ਦੀ ਹੈ ਉਹ ਝੂਠੀ ਹੈ। ਧਿਆਨ ਵਿੱਚ ਰੱਖਿਓ, ਕਈ ਵਾਰ ਅਸੀਂ ਸੰਸਾਰ ਦੀਆਂ ਵਸਤੂਆਂ ਦੀ, ਸੰਸਾਰ ਤੋਂ ਸਲਾਹ ਹੁੰਦੀ ਹੈ, ਸੰਸਾਰ ਦੀ, ਮਨੁੱਖਾਂ ਦੀ, ਵਸਤੂਆਂ ਦੀ, ਪਦਾਰਥਾਂ ਦੀ। ਅਸੀਂ ਕੋਈ ਵਧੀਆ ਚੀਜ਼ ਦੇਖਦੇ ਹਾਂ, ਅਸੀਂ ਕਹਿੰਦੇ ਵਾਹ ਜੀ ਵਾਹ, ਕਿਆ ਬਾਤ ਹੈ, ਕਿੰਨਾ ਸੋਹਣਾ ਘਰ ਹੈ, ਕਿੰਨੀ ਸੋਹਣੀ ਗੱਡੀ ਹੈ, ਕਿੰਨਾ ਸੋਹਣਾ ਬੰਦਾ ਹੈ, ਕਿੰਨੇ ਸੋਹਣੇ ਕੱਪੜੇ ਨੇ, ਹਨਾ। ਸੰਸਾਰ ਦੀਆਂ ਵਸਤੂਆਂ, ਕਿੰਨਾ ਸੋਹਣਾ ਦ੍ਰਿਸ਼ ਹੈ, ਕਿੰਨੇ ਸੋਹਣੇ ਫੁੱਲ ਬੂਟੇ ਬਗੀਚੇ, ਜਾਂ ਕਿੰਨਾ ਸੋਹਣਾ ਮਨੁੱਖ। ਕਿੰਨੀ ਬੰਦੇ ਦੀ ਸਿਫਤੋ ਸਲਾਹ, ਮਨੁੱਖਤਾ ਦੀ, ਪਦਾਰਥਾਂ ਦੀ ਨਹੀਂ, ਉਹ ਝੂਠੀ ਹੈ, ਝੂਠੀ ਹੈ। ਜਿੰਨੀ ਮਰਜ਼ੀ ਕਰਦੇ ਰਹੋ, ਕੁਝ ਨਹੀਂ ਨਿਕਲੇਗਾ, ਕੁਝ ਨਹੀਂ ਸਾਡਾ ਬਣੇਗਾ, ਕੁਝ ਨਹੀਂ ਸਵਰੇਗਾ। ਸੁਣਨ ਵਾਲੇ ਦੇ ਮਨ 'ਚ ਹੰਕਾਰ ਆ ਜਾਏਗਾ, ਸਾਡੇ ਮਨ ਦੇ ਵਿੱਚ ਵੀ ਈਗੋ ਆ ਜਾਏਗੀ। ਇਹੀ ਨੁਕਸਾਨ ਹੀ ਹੋਣਾ, ਔਰ ਕੁਝ ਨਹੀਂ ਹੋਣਾ। ਤਾਂ ਹੀ ਮਹਾਰਾਜ ਨੇ ਕਿਹਾ ਸੀ, ਕਹਿੰਦੇ ਦੁਨੀਆ ਨਾ ਸਲਾਹ ਜੋ ਮਰ ਵੰਜਸੀ, ਲੋਕਾਂ ਨਾ ਸਲਾਹ ਜੋ ਮਰ ਖਾਗਥੀ। ਨਾ ਦੁਨੀਆ ਦੇ ਗੁਣ ਗਾ, ਨਾ ਲੋਕਾਂ ਦੇ ਵੀ ਨਾ ਗਾ, ਮਨੁੱਖਾਂ ਦੇ ਗੁਣ ਨਾ ਗਾ। ਉਹ ਵੀ ਮਰ ਕੇ ਚਲੇ ਗਏ, ਦੁਨੀਆ ਮਰ ਮਰ ਖੱਪ ਗਈ, ਲੋਕ ਮਰ ਮਰ ਚਲੇ ਗਏ। ਤੂੰ ਕਿਹਦੀ ਸਿਫਤ ਕਰ ਰਿਹਾ ਕਮਲਿਆ? ਕਹਿੰਦੇ ਉਹਦੀ ਕਰ ਜੋ ਸੱਚਾ ਹੈ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਤੇਰੀ ਸਿਫਤੋ ਸਲਾਹ ਸੱਚੀ ਹੈ, ਤੇਰੀ ਸਿਫਤੋ ਸਲਾਹ ਜੈਸਾ ਹੋਰ ਕੁਝ ਵੀ ਨਹੀਂ ਹੈ। ਆਈਫੋਨ ਪਲੀਜ਼ ਮਿਊਟ ਹੋ ਜਾਓ ਜੀ। ਸਲਾਹ ਤੇਰੀ ਸਿਫਤੋ ਸਲਾਹ ਸੱਚੀ ਹੈ, ਸਾਡੀਆਂ ਝੂਠੀਆਂ ਨੇ। ਤਾਂ ਮਹਾਰਾਜ ਹੁਣ ਫੇਰ ਬੇਨਤੀ ਕਰ, ਅੱਗੇ ਸ਼ਬਦ ਕਹਿ ਰਹੇ ਨੇ, ਨਾਨਕ ਸੱਚ ਧਿਆਇਨ ਸੱਚ। ਨਾਨਕ ਜੋ ਉਸ ਸੱਚ ਨੂੰ ਧਿਆਉਂਦੇ ਹਨ, ਜੋ ਸੱਚ ਦੀ ਸਿਫਤੋ ਸਲਾਹ ਕਰਦੇ ਹਨ ਨਾ,
ਉਹ ਇੱਕ ਦਿਨ ਸੱਚ ਦਾ ਰੂਪ ਹੋ ਜਾਂਦੇ ਹਨ, ਉਹੀ ਸੱਚ ਮੰਨੇ ਜਾਂਦੇ ਹਨ। ਹੁਣ ਧਿਆਨ ਵਿੱਚ ਰੱਖਿਓ, ਬਾਣੀ ਦੀ ਇੱਕ ਪੰਕਤੀ ਹੈ, ਜੈਸਾ ਸੇਵੈ ਤੈਸੋ ਹੋਵੇ। ਜਿਹਨੂੰ ਸੇਵੇਗਾ, ਜਿਹਨੂੰ ਅਰਾਧੇਗਾ, ਜਿਹਦਾ ਧਿਆਨ ਧਰੇਗਾ, ਜਿਹਦੀ ਸਿਫਤੋ ਸਲਾਹ ਕਰੇਗਾ, ਵੈਸਾ ਹੋ ਜਾਏਗਾ। ਇਸੇ ਕਰਕੇ ਸਾਨੂੰ ਇੱਕ ਅਕਾਲ ਪੁਰਖ ਦੀ ਸਿਫਤੋ ਸਲਾਹ ਕਰਨ ਲਈ ਪ੍ਰੇਰਿਤ ਕੀਤਾ, ਜਿਹੜਾ ਸਾਡੇ ਤੋਂ ਵੱਡਾ ਹੈ, ਸਿਆਣਾ ਹੈ, ਗੁਣਵਾਨ ਹੈ, ਜਿਹੜਾ ਜਨਮ ਮਰਨ ਤੋਂ ਰਹਿਤ ਹੈ। ਕਹਿੰਦੇ ਉਹਦੀ ਕਰ, ਉਹਦੇ ਵਰਗਾ ਹੋ ਜਾ। ਜਾਨਵਰਾਂ ਦੀ ਕਰੇਗਾ, ਜਾਨਵਰ ਬਣ ਜਾਏਗਾ। ਮਿੱਟੀ ਦੀ ਕਰੇਗਾ, ਮਿੱਟੀ ਬਣੇਗਾ। ਰੁੱਖਾਂ ਦੀ ਕਰੇਗਾ, ਰੁੱਖ ਬਣੇਗਾ। ਪਦਾਰਥ ਦੀ ਕਰੇਗਾ, ਪਦਾਰਥ ਹੀ ਬਣ ਜਾਏਗਾ। ਜੈਸਾ ਸੇਵੈ ਤੈਸੋ ਹੋਵੇ। ਸੱਚ ਨੂੰ ਧਿਆ, ਕਿਉਂਕਿ ਅਸੀਂ ਸਚਿਆਰ ਹੋਣ ਵਾਸਤੇ ਆਏ ਹਾਂ। ਨਾਨਕ ਸੱਚ ਧਿਆਇਨ, ਜੋ ਸੱਚ ਨੂੰ ਧਿਆਉਂਦੇ ਹਨ। ਸੱਚ ਉਹ ਸੱਚ ਹੁੰਦੇ ਨੇ ਜੋ ਮਰ ਜੰਮੇ ਸੋ ਕੱਚ ਨਿਕੱਚ। ਜੋ ਜੰਮਦਾ ਮਰਦਾ, ਮਰਦਾ ਜੰਮਦਾ, ਉਹ ਕੱਚਾ ਹੀ ਰਹਿ ਜਾਂਦਾ ਹੈ, ਤੇ ਕੱਚੇ ਦਾ ਜਨਮ ਮਰਨ ਦਾ ਗੇੜ ਕਦੀ ਮਿਟਦਾ ਨਹੀਂ। ਇੱਥੋਂ ਤੱਕ ਆਪਾਂ ਇਸ ਵਿਚਾਰ ਨੂੰ ਹੁਣ ਇੱਥੇ ਰੋਕਦੇ ਹਾਂ ਜੀ। ਸੋ ਹੁਣ ਮੈਂ ਬੇਨਤੀ ਕਰਾਂਗਾ, ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਅਨਮਿਊਟ ਦਾ ਮੈਂ ਆਪਸ਼ਨ ਦੇ ਦਿੰਦਾ। ਤੁਸੀਂ ਹੁਣ ਅਨਮਿਊਟ ਹੋ ਜਾਓ, ਤੇ ਜਿਸ ਕਿਸੇ ਨੇ ਕੋਈ ਸਵਾਲ ਕਰਨਾ ਹੈ ਤੇ ਉਹ ਸਵਾਲ ਕਰ ਸਕਦੇ। ਹਾਂਜੀ, ਜੇ ਕਿਸੇ ਨੂੰ ਕੋਈ ਵਿਚਾਰ, ਕੋਈ ਸ਼ੰਕਾ, ਕੋਈ ਸੁਝਾਅ ਦੇਣਾ ਚਾਹੁੰਦਾ ਹੈ ਅੱਜ ਦੀ ਇਸ ਵਿਚਾਰ ਵਿੱਚੋਂ, ਤਾਂ ਬੇਨਤੀ ਹੈ ਕਿ ਉਹ ਆ ਕੇ ਆਪਣਾ ਸਵਾਲ ਰੱਖ ਸਕਦਾ ਹੈ ਜੀ। ਅੱਜ ਕਾਫੀ ਸਾਰੀ ਸੰਗਤ ਜੁੜੀ ਹੈ, ਤੇ ਮੈਨੂੰ ਲੱਗਦਾ ਸ਼ਾਇਦ ਕੁਝ ਨਵੇਂ ਸੱਜਣ ਵੀ ਆਏ ਹੋਣਗੇ ਅੱਜ ਸੰਗਤਾਂ ਦੇ ਵਿੱਚੋਂ, ਤੇ ਉਹਨਾਂ ਨੂੰ ਵੀ ਬੇਨਤੀ ਹੈ, ਅੱਜ ਵਾਲੀ ਇਸ ਵਿਚਾਰ ਵਿੱਚੋਂ ਤੋਂ ਅਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਦਿਓ। 4 ਮਿੰਟ ਸਾਡੇ ਕੋਲ ਬਾਕੀ ਹਨ। ਸਹੀ 4 ਮਿੰਟ ਬਾਅਦ ਮੀਟਿੰਗ ਦਾ ਇਹ ਵਾਲਾ ਸੈਸ਼ਨ ਬੰਦ ਹੋ ਜਾਏਗਾ, ਬਟ ਅਸੀਂ ਅਗਲਾ ਸੈਸ਼ਨ ਵੀ ਨਾਲ ਲਗਾਵਾਂਗੇ। ਉਹਦੇ ਵਿੱਚ ਸਵਾਲ ਜਵਾਬ ਹੀ ਕਰਾਂਗੇ, ਤੇ ਕੁਝ ਸੁਝਾਅ ਵੀ ਰੱਖਾਂਗੇ, ਤੇ ਇੱਕ ਜਿਹੜੀ ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ, ਅਸੀਂ ਉਹਦੇ ਤੇ ਵੀ ਵਿਚਾਰ ਕਰਾਂਗੇ। ਹਾਂਜੀ, ਸਤਿੰਦਰ ਵੀਰ ਜੀ ਦਾ ਹੈਂਡ ਰੇਜ਼ ਹੋਇਆ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਹੁਕਮ ਜੀ। ਵੀਰ ਜੀ, ਅੱਜ ਜਿਹੜਾ ਤੁਸੀਂ ਐਕਸਪਲੇਨ ਕੀਤਾ ਨਾ ਸੱਚੇ ਦੇ ਬਾਰੇ, ਹਾਂਜੀ, ਉਹ ਰੀਅਲੀ ਬਹੁਤ ਕਲੀਅਰ ਹੋ ਗਿਆ। ਨਹੀਂ ਤੇ ਅਸੀਂ ਲੋਕ ਉਹਨੂੰ ਇਸ ਤਰ੍ਹਾਂ ਹੀ ਸਮਝਦੇ ਸੀਗੇ ਕਿ ਤੇਰੇ ਖੰਡ ਵੀ ਸੱਚੇ ਨੇ, ਤੇਰੇ ਬ੍ਰਹਿਮੰਡ ਵੀ ਸੱਚੇ ਨੇ, ਬਟ ਜਦ ਅਸੀਂ ਉਹਦੇ ਅੱਗੇ ਕਾਮਾ ਲਗਾਉਂਦੇ ਜਾਂ ਅਪੋਸਟਫੀ ਲਗਾਉਂਦੇ ਆ, ਹਾਂਜੀ, ਹਾਂਜੀ, ਤੇ ਉਹਦਾ ਮੀਨਿੰਗ ਬਿਲਕੁਲ ਚੇਂਜ ਹੋ ਜਾਂਦਾ ਹੈ। ਠੀਕ ਹੈ ਜੀ। ਥੈਂਕ ਯੂ। ਉਹੀ ਮੈਂ ਇਹੀ ਚਾਹੁੰਦਾ ਸੀ ਵੀ ਆਪਾਂ ਨੂੰ ਗੱਲ ਕਲੀਅਰ ਹੋਣੀ ਚਾਹੀਦੀ। ਅਸੀਂ ਵੱਧ ਤੋਂ ਵੱਧ ਉਸ ਭਾਵ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿਸ ਭਾਵਨਾ ਅਰਥ ਨੂੰ ਮੁੱਖ ਰੱਖ ਕੇ ਗੁਰਬਾਣੀ ਉਚਾਰੇਗੀ। ਮੈਂ ਸੱਚੀ ਬੇਨਤੀ ਕਰਾਂ ਤੁਹਾਨੂੰ ਸਾਰਿਆਂ ਨੂੰ ਵੀ, ਮੈਂ ਈਵਨ ਕਲਾਸ ਦੇ ਸਟਾਰਟ ਹੋਣ ਤੋਂ ਪਹਿਲਾਂ ਤੱਕ ਬੜੀ ਦੁਬਿਧਾ ਵਿੱਚ ਸੀ। ਖੁਦ ਮੈਂ ਵੀ ਇਹ ਖੇਡ ਬਣ ਕੇ ਰਹੇ ਵੀ ਅਰਥੋਂ ਢੁਕਦੇ ਨੇ ਜਿਹੜੇ ਟੀਕਿਆਂ ਵਿੱਚ ਕੀਤੇ ਹੋਏ ਨੇ। ਜੇ ਖੰਡ ਬ੍ਰਹਿਮੰਡ ਨੂੰ ਸੱਚੇ ਕਹਾਂਗੇ, ਬਾਣੀ ਕਹਿੰਦੀ ਹੈ ਕੂੜ ਸਭ ਸੰਸਾਰ, ਐਸੀਆਂ ਰਚਨਾਵਾਂ ਤੂੰ ਰੋਜ਼ ਬਣਾਉਣਾ, ਰੋਜ਼ ਮਿਟਾ ਦਿੰਦਾ, ਕਰੋੜਾਂ ਵਾਰੀ ਸੰਸਾਰ ਬਣਦਾ ਮਿਟਦਾ, ਜਨ ਜਗ ਰਚਨਾ ਸਭ ਝੂਠ ਹੈ। ਇਹ ਵੀ ਅਸੀਂ ਪੜ੍ਹਦੇ ਹਾਂ। ਫਿਰ ਗੁਰੂ ਸਾਹਿਬ ਨੂੰ ਸੱਚ ਕਿਉਂ ਕਹਿ ਰਹੇ ਨੇ? ਪਰ ਪਤਾ ਨਹੀਂ ਗੁਰੂ ਸਾਹਿਬ ਨੇ ਕੋਈ ਕਿਰਪਾ ਕੀਤੀ, ਫਿਰ ਹੌਲੀ ਹੌਲੀ ਚਲੋ ਇਹਨੂੰ ਕਹਿੰਦੇ ਵੀ ਆਤਮਿਕ ਤੌਰ ਤੇ ਇੱਕ ਜਿਹੜਾ ਅੰਦਰੋਂ ਇਲਹਾਮ ਹੁੰਦਾ, ਸਾਨੂੰ ਅੰਦਰੋਂ ਸੋਝੀ ਆਈ। ਹਾਲਾਂਕਿ ਮੇਰੇ ਮਨ ਚ ਥੋੜਾ ਜਿਹਾ ਸ਼ੰਕਾ ਵੀ ਸੀ, ਮੈਂ ਕਿਹਾ ਪਤਾ ਨਹੀਂ ਸੰਗਤ ਇਸ ਗੱਲ ਨੂੰ ਕਿਵੇਂ ਰਹੇਗੀ, ਪਰ ਚਲੋ ਬਹੁਤ ਅੱਛੀ ਗੱਲ ਹੈ, ਆਪਾਂ ਉਸ ਗੱਲ ਨੂੰ ਸਮਝਿਆ। ਹੋਰ ਬਾਕੀ ਇਹਨੂੰ ਆਪਣੇ ਤੌਰ ਤੇ ਅਸੀਂ ਰਿੜਕਣ ਦੀ ਕੋਸ਼ਿਸ਼ ਕਰਨੀ ਹੈ। ਆਪ ਵੀ ਇਹਨੂੰ ਹੋਰ ਸਮਝਣ ਦਾ ਯਤਨ ਕਰਿਓ, ਹੋ ਸਕਦਾ ਹੋਰ ਵੀ ਸਾਨੂੰ ਇਹ ਚ ਕੁਝ ਪ੍ਰਾਪਤ ਹੋ। ਬਹੁਤ ਧੰਨਵਾਦ ਵੀਰ ਜੀ। ਹਾਂਜੀ, ਰੈਡਮੀ ਨੋਟ 9 ਪ੍ਰੋ ਵੀਰ ਜੀ। ਹਾਂ ਗੁਰਬਾਣੀ ਦੀ ਕਲਾਸ ਇਹ ਚ ਚਲੋ ਠੀਕ ਹੈ ਜੀ। ਫਿਰ ਬੇਨਤੀ ਹੈ, ਕਿਉਂਕਿ ਗੁਰਬਾਣੀ ਜਿਹੜੀ ਹੈ ਇੱਕ ਐਸਾ ਖਜ਼ਾਨਾ ਹੈ, ਇਹ ਇਤਨਾ ਗਹਿਰਾ ਸਾਗਰ ਹੈ, ਸਮੁੰਦਰ ਹੈ, ਵੀ ਇਹਨੂੰ ਜਿੰਨਾ ਅਸੀਂ ਖੋਜਾਂਗੇ ਉਨਾ ਹੀ ਇਹਦੇ ਚ ਸਾਨੂੰ ਕੁਛ ਨਾ ਕੁਛ ਨਵਾਂ ਲੱਭਦਾ ਜਾਏਗਾ। ਪ੍ਰਾਤਨ ਸਮਿਆਂ ਦੇ ਵਿੱਚ ਤੁਹਾਨੂੰ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਲੜੀਵਾਰ ਬੀੜਾਂ ਹੁੰਦੀਆਂ ਸਨ। ਲੜੀਵਾਰ ਦਾ ਅਰਥ ਤੁਸੀਂ ਸਮਝਦੇ, ਵਿੱਚ ਸਪੇਸ ਨਹੀਂ ਸੀ ਹੁੰਦਾ ਸ਼ਬਦ ਦੇ ਵਿੱਚ। ਜਿਵੇਂ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਸਾਰੀ ਲਾਈਨ ਇਕੱਠੀ ਜੁੜੀ ਹੋਈ ਹੈ। ਉਹਦੇ ਵਿੱਚ ਕੀ ਹੁੰਦਾ ਸੀ, ਉਹਦੇ ਵਿੱਚ ਬਹੁਤ ਧਿਆਨ ਲਾ ਕੇ ਜੇ ਤੁਸੀਂ ਗੁਰਬਾਣੀ ਤੇ ਪੂਰਾ ਕੇਂਦਰਿਤ ਹੋ ਕੇ ਫੋਕਸ ਕਰਕੇ ਗੁਰਬਾਣੀ ਪੜੋਗੇ ਤਾਂ ਸਮਝ ਪੈਂਦੀ ਸੀ। ਤੁਹਾਡਾ ਧਿਆਨ ਇੱਧਰ ਉੱਧਰ ਜਾ ਹੀ ਨਹੀਂ ਸੀ ਸਕਦਾ, ਕਿਉਂਕਿ ਜੇ ਧਿਆਨ ਇੱਧਰ ਚਲੇਗਾ ਤੁਸੀਂ ਪੰਕਤੀ ਨੂੰ ਪਦ ਛੇਦ ਨਹੀਂ ਕਰ ਸਕੋਗੇ। ਪਰ ਜਦੋਂ ਹੁਣ ਸਾਨੂੰ ਪੜ੍ਹਨ ਵਿੱਚ ਈਜ਼ੀ ਹੋ ਗਿਆ, ਸਾਡੀ ਸੁਰਤ ਟੁੱਟਣ ਲੱਗ ਪਈ, ਅਸੀਂ ਅਰਥ ਬੋਧ ਤੋਂ ਵੀ ਦੂਰ ਚਲੇ ਗਏ। ਇਸੇ ਕਰਕੇ ਹੋ ਸਕਦਾ ਗੁਰੂ ਸਾਹਿਬ ਨੇ ਲੜੀਵਾਰ ਬੀੜਾਂ ਲਿਖੀਆਂ ਸਨ ਕਿ ਸੰਗਤ ਦਾ ਧਿਆਨ, ਪੜ੍ਹਨ ਵਾਲੇ ਜਗਿਆਸੂ ਦਾ ਧਿਆਨ ਜੁੜਿਆ ਰਹੇ। ਜਿੰਨਾ ਧਿਆਨ ਜੋੜ ਕੇ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ, ਉਤਨਾ ਤੁਸੀਂ ਛੇਤੀ ਗੁਰਬਾਣੀ ਚੋਂ ਖੁਦ ਸਮਝੋਗੇ। ਬਹੁਤ ਛੇਤੀ ਅਸੀਂ ਅਰਥ ਭਾਵਾਂ ਦੇ ਨੇੜੇ ਪਹੁੰਚ ਜਾਂਦੇ। ਇਸ ਕਰਕੇ ਬੇਨਤੀ ਹੈ ਵੀ ਲੜੀਵਾਰ ਬੀੜਾਂ ਤੋਂ ਪਾਠ ਵੀ ਜ਼ਰੂਰ ਕਰਿਆ ਕਰੋ, ਆਪਣੇ ਆਪ ਸਾਨੂੰ ਉਹਦੇ ਚੋਂ ਸਮਝਦਾ ਹੈ। ਬਹੁਤ ਧੰਨਵਾਦ ਜੀ। ਹਾਂਜੀ, ਹੋਰ ਕੋਈ ਸੱਜਣ ਜੀ? ਮਾਤੇ ਮਤੰਗ ਵਾਲੇ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਚੱਲ ਰਹੀ ਗੁਰਬਾਣੀ ਕਲਾਸ ਆਸਾ ਕੀ ਵਾਰ ਅੰਦਰ ਆਪ ਜੀ ਦਾ ਸਵਾਗਤ ਹੈ। ਕੱਲ ਤੱਕ ਅਸੀਂ ਦੂਸਰੀ ਪੌੜੀ ਦੇ
ਪਹਿਲੇ ਸ਼ਲੋਕ ਤੱਕ ਦੀ ਵਿਆਖਿਆ ਸਰਵਣ ਕੀਤੀ ਹੈ। ਅੱਜ ਦੂਸਰੀ ਪੌੜੀ ਦਾ ਦੂਸਰਾ ਸ਼ਲੋਕ ਵਿਚਾਰ ਅਧੀਨ ਹੈ। ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ। ਅੱਜ ਦੇ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਾਡੇ ਸੰਸਾਰੀ ਜੀਵਾਂ ਵਾਸਤੇ ਉਪਦੇਸ਼ ਬਖਸ਼ਿਆ, ਅੱਜ ਸਾਨੂੰ ਸਮਝਾ ਰਹੇ ਨੇ ਕਿ ਅਕਾਲ ਪੁਰਖ ਦੀ ਵਡਿਆਈ ਇਸ ਪੂਰੇ ਜਗਤ ਬ੍ਰਹਿਮੰਡ ਅੰਦਰ ਸਭ ਤੋਂ ਵੱਡੀ ਹੈ। ਦੇਖੋ, ਜਿਹੜੀ ਵਡਿਆਈ ਹੁੰਦੀ ਹੈ ਉਹ ਕਿਸੇ ਗੁਣ ਕਰਕੇ ਹੁੰਦੀ ਹੈ। ਕਿਸੇ ਦਾ ਵੀ ਕੋਈ ਜਸ ਹੈ, ਕੋਈ ਉਪਮਾ ਹੈ, ਕਿਸੇ ਦੀ ਕੋਈ ਉਸਤਤੀ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਉਹਦੇ ਕੋਲ ਕੋਈ ਗੁਣ ਹੈ, ਕੋਈ ਕਲਾ ਹੈ, ਕੋਈ ਹੁਨਰ ਹੈ, ਕੋਈ ਆਰਟਸ ਹੈ। ਹੁਣ ਜੇਕਰ ਅਸੀਂ ਸੰਸਾਰੀ ਤੌਰ 'ਤੇ ਵੇਖੀਏ ਨਾ, ਅਤੇ ਸਾਡੇ ਆਮ ਲੋਕਾਂ ਦੀਆਂ ਜਿਹੜੀਆਂ ਵਡਿਆਈਆਂ ਨੇ ਜਾਂ ਜਸ ਉਸਤਤ ਹੈ, ਉਹ ਕਿਉਂ ਰਹੇ? ਕਿਉਂਕਿ ਸਾਡੇ ਕੋਲ ਕੋਈ ਇੱਕ ਗੁਣ ਹੈ। ਕਿਸੇ ਕੋਲ ਇੱਕ ਹੈ, ਕਿਸੇ ਕੋਲ ਦੋ, ਕਿਸੇ ਕੋਲ 5, ਕਿਸੇ ਕੋਲ 10, ਇਹ ਤੋਂ ਵੱਧ ਨਹੀਂ। ਪਰ ਸਤਿਗੁਰੂ ਜੀ ਕਹਿ ਰਹੇ ਨੇ, ਹੇ ਪ੍ਰਭੂ, ਤੇਰੇ ਅੰਦਰ ਇਤਨੇ ਗੁਣ ਨੇ, ਇਤਨੀ ਕਲਾ ਹੈ, ਇਤਨੀ ਸ਼ਕਤੀ ਹੈ, ਇਤਨਾ ਗਿਆਨ ਹੈ, ਇਤਨੀ ਬਖਸ਼ਿਸ਼ ਹੈ ਵੀ ਉਹ ਕਥਨ ਵਿੱਚ ਨਹੀਂ ਆ ਸਕਦੀ। ਤੇਰਾ ਜਸ ਸਭ ਤੋਂ ਵੱਡਾ, ਇਸ ਕਰਕੇ ਤੇਰੀ ਵਡਿਆਈ ਵੱਡੀ ਹੈ। ਜਾਂ ਸ਼ਬਦ ਹੈ ਨਾ, ਵੱਡੀ ਵਡਿਆਈ, ਜਾਂ ਵੱਡਾ ਨਾਮ। ਜਾਂ ਦਾ ਅਰਥ ਹੈ ਤਾਂ ਤੇਰੀ ਵਡਿਆਈ ਵੱਡੀ ਹੈ, ਕਿਉਂਕਿ ਤੇਰਾ ਨਾਮ ਬਹੁਤ ਵੱਡਾ ਹੈ। ਸਭ ਤੋਂ ਵੱਡਾ ਤੇਰਾ ਨਾਮ ਹੈ। ਨਾਮ ਦਾ ਅਰਥ ਹੁੰਦਾ ਗਿਆਨ, ਨਾਮ ਦਾ ਅਰਥ ਹੈ ਹੁਕਮ, ਨਾਮ ਦਾ ਅਰਥ ਹੈ ਉਪਦੇਸ਼, ਨਾਮ ਦਾ ਅਰਥ ਹੈ ਕਲਾ, ਨਾਮ ਦਾ ਅਰਥ ਹੈ ਭਾਣਾ। ਨਾਮ ਕਈ ਰੂਪਾਂ ਵਿੱਚ ਆਏਗਾ। ਤਾਂ ਮਹਾਰਾਜ ਕਹਿੰਦੇ, ਤੇਰਾ ਨਾਮ, ਤੇਰਾ ਜਸ, ਤੇਰੀ ਸ਼ੋਭਾ, ਤੇਰੇ ਹੁਕਮ ਕਲਾ ਕਰਕੇ ਹੀ ਵੱਡੀ ਹੈ। ਭਾਵ ਜਿਤਨਾ ਵੱਡਾ ਤੇਰਾ ਨਾਮ ਹੈ, ਸੰਸਾਰ 'ਚ ਕਿਸੇ ਦਾ ਨਹੀਂ ਹੈ। ਸਾਰਾ ਸੰਸਾਰ ਇੱਕ ਦੂਸਰੇ ਨੂੰ ਨਹੀਂ ਜਾਣਦਾ, ਪਰ ਸਾਰਾ ਸੰਸਾਰ ਤੈਨੂੰ ਜ਼ਰੂਰ ਜਾਣਦਾ ਹੈ। ਦੁੱਖ ਸੁੱਖ ਵਿੱਚ ਹਰ ਜੀਵ ਤੇਰੇ ਅੱਗੇ ਹੀ ਪੁਕਾਰ ਕਰਦਾ ਹੈ, ਕਿਸੇ ਰੂਪ 'ਚ ਕਰੇ, ਤੈਨੂੰ ਕੁਛ ਮੰਨ ਕੇ ਕਰੇ। ਜਦੋਂ ਕਿਸੇ ਨੂੰ ਕੋਈ ਚਾਰਾ ਨਾ ਲੱਭੇ, ਉਦੋਂ ਵੀ ਤੇਰੇ ਅੱਗੇ ਪੁਕਾਰ ਕਰਦਾ ਹੈ। ਤਾਂ ਮਹਾਰਾਜ ਕਹਿੰਦੇ, ਇਤਨਾ ਵੱਡਾ ਨਾਮ ਜਸ ਤਾਂ ਕਿਸੇ ਦਾ ਵੀ ਨਹੀਂ, ਇਹ ਕੇਵਲ ਤੇਰਾ ਹੀ ਹੋ ਸਕਦਾ ਹੈ। ਸੰਸਾਰ ਵਿੱਚ ਜਿਤਨੇ ਵੀ ਵੱਡੇ ਮਨੁੱਖ ਨੇ, ਉਹ ਸਾਰੇ ਤੇਰੇ ਤੋਂ ਹੀ ਜਸ ਲੈ ਕੇ ਵੱਡੇ ਨੇ। ਹਰ ਅਮੀਰ ਤੇਰੇ ਤੋਂ ਅਮੀਰੀ ਲੈ ਕੇ ਵੱਡਾ ਹੋਇਆ। ਹਰ ਧਨਵਾਨ ਤੇਰੇ ਤੋਂ ਧਨ ਲੈ ਕੇ ਧਨਵਾਨ ਬਣਦਾ ਹੈ। ਹਰ ਸਿਆਣਾ ਤੇਰੇ ਤੋਂ ਸਿਆਣਪ ਲੈ ਕੇ ਵੱਡਾ ਬਣਦਾ ਹੈ। ਹਰ ਗਿਆਨਵਾਨ ਤੇਰੇ ਤੋਂ ਗਿਆਨ ਲੈ ਕੇ ਗਿਆਨੀ ਬਣਿਆ। ਭਾਵ ਹਰੇਕ ਦੇ ਪਿੱਛੇ ਬਖਸ਼ਿਸ਼ ਤੇਰੀ ਹੈ, ਕਿਰਪਾ ਤੇਰੀ ਹੈ, ਰਹਿਮਤ ਤੇਰੀ ਵਰਸ ਰਹੀ ਹੈ। ਤੂੰ ਕੁਛ ਨਾ ਦੇ, ਤੇ ਇਹ ਜੀਵ ਹੈ ਨਾ, ਜਿਹੜਾ ਇਹ ਮਨੁੱਖ ਹੈ, ਇਹ ਬੰਦਾ ਹੈ, ਕੁਛ ਵੀ ਨਹੀਂ ਕਰ ਸਕਦਾ। ਤੇਰੀ ਕਿਰਪਾ, ਬਖਸ਼ਿਸ਼, ਮਿਹਰ ਨਾਲ ਹੀ ਅਸੀਂ ਸੰਸਾਰੀ ਜੀਵ ਕੁਛ ਦਾਤਾਂ ਤੇਰੇ ਤੋਂ ਪ੍ਰਾਪਤ ਕਰਦੇ ਹਾਂ। ਤਾਂ ਮਹਾਰਾਜ ਕਹਿੰਦੇ, ਤੇਰੀ ਵਡਿਆਈ ਵੱਡੀ ਕਿਉਂ? ਕਿਉਂਕਿ ਤੇਰਾ ਨਾਮ ਬਹੁਤ ਵੱਡਾ ਹੈ। ਹਰ ਬੰਦਾ ਦੁੱਖ ਸੁੱਖ 'ਚ ਤੇਰਾ ਹੀ ਨਾਮ ਤੇ ਆਉਂਦਾ ਹੈ। ਕੋਈ ਤੇ ਆਵੇ, ਕਿਸੇ ਰੂਪ 'ਚ ਤੇ ਆਵੇ, ਕਿਸੇ ਸ਼ਬਦ ਦੇ ਵਿੱਚ ਤੇ ਆਵੇ, ਪਰ ਉਹ ਨਾਮ ਤੇਰਾ ਹੀ ਹੁੰਦਾ ਹੈ। ਅੱਗੇ ਕਿਰਪਾ ਕਰਦੇ ਨੇ, ਵੱਡੀ ਵਡਿਆਈ ਜਾਂ ਸੱਚ ਨਿਆਉ। ਦੂਜਾ ਕਾਰਨ ਕੀ ਹੈ ਤੇਰੀ ਵੱਡੀ ਵਡਿਆਈ ਦਾ? ਤੇਰਾ ਨਿਆਉ, ਨਿਆਉ ਮੀਨਸ ਇਨਸਾਫ, ਜਸਟਿਸ। ਤੇਰਾ ਇਨਸਾਫ, ਨਿਆਉ ਸੱਚ ਹੈ। ਹਮੇਸ਼ਾ ਸੱਚਾ ਇਨਸਾਫ ਕਰਦਾ ਤੂੰ ਆਪਣਾ ਇਨਸਾਫ ਬੰਦੇ ਦਾ ਧਨ ਵੇਖ ਕੇ ਨਹੀਂ ਕਰਦਾ, ਕਿਸੇ ਦੀ ਤਾਕਤ ਵੇਖ ਕੇ ਨਹੀਂ ਕਰਦਾ, ਕਿਸੇ ਦੀ ਅਮੀਰੀ ਗਰੀਬੀ ਵੇਖ ਕੇ ਨਹੀਂ ਕਰਦਾ, ਕਿਸੇ ਦੀ ਸਿਆਣਪ ਚਲਾਕੀ ਵੇਖ ਕੇ ਨਹੀਂ ਕਰਦਾ, ਕਿਸੇ ਦਾ ਡਰ ਵੇਖ ਕੇ ਨਹੀਂ ਕਰਦਾ। ਇਸ ਕਰਕੇ ਤੇਰਾ ਇਨਸਾਫ ਵੀ ਸੱਚਾ ਹੈ। ਬਲਕਿ ਜੈਸਾ ਤੇਰਾ ਇਨਸਾਫ ਹੈ, ਪੂਰੇ ਸੰਸਾਰ ਅੰਦਰ ਤੇਰੇ ਜੈਸਾ ਇਨਸਾਫ ਕਿਸੇ ਦਾ ਨਹੀਂ। ਹੁਣ ਦੇਖੋ, ਸੰਸਾਰ ਵਿੱਚ ਜਦੋਂ ਜਸਟਿਸ ਹੁੰਦਾ ਨਾ, ਇਨਸਾਫ ਹੁੰਦਾ, ਬਹੁਤੀ ਵਾਰੀ ਕੀ ਹੁੰਦਾ, ਇਨਸਾਫ ਗਲਤ ਹੋ ਜਾਂਦਾ ਹੈ। ਗਵਾਹ ਖਰੀਦੇ ਵੇਚੇ ਜਾਂਦੇ ਨੇ, ਗਵਾਹ ਬਦਲ ਜਾਂਦੇ ਨੇ, ਗਵਾਹ ਮੁੱਕਰ ਜਾਂਦੇ ਨੇ। ਕੋਰਟ ਦੇ ਵਿੱਚ, ਅਦਾਲਤਾਂ ਵਿੱਚ ਸੱਚ ਨੂੰ ਝੂਠ, ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਆਮ ਬੰਦਾ ਵਿਚਾਰਾ, ਗਰੀਬ ਬੰਦਾ, ਮਾੜਾ ਬੰਦਾ ਤੇ ਇਨਸਾਫ ਲੈ ਨਹੀਂ ਸਕਦਾ। ਹੁਣ ਤੇ ਕਹਾਵਤ ਹੈ ਵੀ ਅਦਾਲਤਾਂ ਵੀ ਤੇ ਇਨਸਾਫ ਵੀ ਅਮੀਰਾਂ ਵਾਸਤੇ ਹੀ ਹੈ, ਗਰੀਬ ਦਾ ਕੋਈ ਇਨਸਾਫ ਨਹੀਂ।
ਪਰ ਜਦੋਂ ਕਿਸੇ ਨੂੰ ਸੰਸਾਰ 'ਚੋਂ ਇਨਸਾਫ ਨਾ ਮਿਲੇ, ਫਿਰ ਤੇਰੇ ਦਰ ਤੋਂ ਇਨਸਾਫ ਤੇ ਨਿਆਂ ਜ਼ਰੂਰ ਮਿਲਦਾ ਹੈ। ਕਿਉਂਕਿ ਗੁਰਬਾਣੀ ਦੇ ਇਹ ਵੀ ਬਚਨ ਹਨ, ਕਹਿੰਦੇ ਦੁਨੀਆ ਵਿੱਚ ਕੋਈ ਹੋ ਸਕਦਾ ਅਧੂਰਾ ਨਿਆਂ ਕਰੇ, ਘਟੀਆ ਨਿਆਂ ਕਰੇ, ਇਨਸਾਫ ਕਰਨ ਵਿੱਚ ਕੁਤਾਹੀ ਕਰੇ, ਵੱਧ ਘੱਟ ਕਰ ਸਕਦਾ ਹੈ, ਪਰ ਨਹੀਂ, ਇਹ ਤੇਰੇ ਦਰ ਦੀ ਇੱਕ ਬਖਸ਼ਿਸ਼ ਹੈ। ਪੂਰਾ ਨਿਆਂ ਕਰੇ ਕਰਤਾਰ, ਆਪਣੇ ਦਾਸ ਕੋ ਰਾਖਨਹਾਰ। ਤੂੰ ਜਦੋਂ ਕਰੇਂਗਾ ਪੂਰਾ ਨਿਆਂ ਕਰਦਾ ਹੈ, ਇਹ ਤੇਰੇ ਘਰ ਦੀ ਵਡਿਆਈ ਹੈ। ਆਪੇ ਨਿਆਂ ਕਰੇ ਸਭ ਸਾਚਾ, ਸਾਚੇ ਸਾਚ ਮਿਲਾਏਂਦਾ। ਤੂੰ ਜਦੋਂ ਕਰਦੇ ਤੂੰ ਸੱਚਾ ਇਨਸਾਫ ਕਰਦਾ ਹੈ। ਨਿਆਂ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ। ਤੇਰੇ ਘਰ ਦਾ ਇਨਸਾਫ ਜਾਂ ਨਿਆਂ ਹਮੇਸ਼ਾ ਸੱਚ ਹੀ ਹੁੰਦਾ ਹੈ। ਇਹ ਭਰੋਸਾ ਜਿਸ ਦਿਨ ਜੀਵ ਨੂੰ ਬਣ ਜਾਏ, ਉਹਨੂੰ ਫਿਰ ਸੰਸਾਰ 'ਚ ਇਨਸਾਫ ਮਿਲੇ ਨਾ ਮਿਲੇ, ਲੋਕ ਉਹਦੇ ਨਾਲ ਨਿਆਂ ਕਰਨ ਜਾਂ ਨਾ ਕਰਨ, ਪਰ ਉਹਨੂੰ ਭਰੋਸਾ ਹੁੰਦਾ ਹੈ ਕਿ ਮੇਰਾ ਮਾਲਕ, ਮੇਰਾ ਪ੍ਰਭੂ, ਮੇਰਾ ਸੁਆਮੀ ਮੇਰੇ ਨਾਲ ਪੂਰਾ ਤੇ ਸੱਚਾ ਨਿਆਂ ਹੀ ਕਰੇਗਾ। ਹੁਣ ਇੱਕ ਗੱਲ ਹੋਰ ਧਿਆਨ ਰੱਖਿਓ, ਇਨਸਾਫ ਤੋਂ ਉੱਪਰ ਇੱਕ ਗੱਲ ਹੋਰ ਹੁੰਦੀ ਹੈ। ਇਸਲਾਮੀ ਜਗਤ ਵਿੱਚ ਜਿਹੜੇ ਦਰਵੇਸ਼ ਫਕੀਰ ਹੁੰਦੇ ਨੇ ਨਾ, ਉਹ ਇੱਕ ਆਪਣੇ ਖੁਦਾ ਅੱਗੇ ਇੱਕ ਬੇਨਤੀ ਕਰਦੇ ਨੇ। ਉਹ ਇੱਕ ਸ਼ਬਦ ਬੋਲਦੇ ਨੇ ਕਿ ਯਾ ਖੁਦਾ ਤੂੰ ਸਾਡੇ 'ਤੇ ਫਜ਼ਲ ਕਰ, ਅਦਲ ਨਾ ਕਰ। ਕਹਿੰਦੇ ਫਜ਼ਲ ਕਰੀਂ, ਜਦੋਂ ਵੀ ਕਰਨਾ ਤੂੰ ਸਾਡੇ 'ਤੇ ਫਜ਼ਲ ਕਰੀਂ, ਅਦਲ ਨਾ ਕਰੀਂ। ਫਜ਼ਲ ਤੇ ਅਦਲ ਦੋ ਸ਼ਬਦ ਨੇ ਇਸਲਾਮੀ ਜਗਤ ਦੇ ਆਏ ਹੋਏ, ਫਾਰਸੀ ਜਾਂ ਉਰਦੂ ਭਾਸ਼ਾ 'ਚ ਵਰਤੇ ਜਾਂਦੇ ਨੇ। ਫਜ਼ਲ ਦਾ ਅਰਥ ਹੁੰਦਾ ਕਿਰਪਾ, ਬਖਸ਼ਿਸ਼, ਰਹਿਮਤ, ਗ੍ਰੇਸ। ਅਦਲ ਦਾ ਅਰਥ ਹੁੰਦਾ ਇਨਸਾਫ, ਜਸਟਿਸ, ਨਿਆਂ। ਹੁਣ ਪੁੱਛਿਆ ਵੀ ਇਹ ਕੀ ਗੱਲ, ਵੀ ਲੋਕੀ ਤਾਂ ਕਹਿੰਦੇ ਖੁਦਾ ਇਨਸਾਫ ਕਰਦਾ, ਖੁਦਾ ਇਨਸਾਫ ਕਰ, ਰੱਬਾ ਤੂੰ ਇਨਸਾਫ ਕਰਨਾ, ਤੂੰ ਹੀ ਕਰਨਾ, ਤੂੰ ਪੂਰਾ ਕਰਦਾ, ਸੱਚਾ ਕਰਦਾ, ਅਤੇ ਤੁਸੀਂ ਕਹਿ ਰਹੇ ਹੋ ਵੀ ਸਾਡੇ ਨਾਲ ਇਨਸਾਫ ਨਾ ਕਰ। ਉਹ ਕਹਿੰਦੇ ਬਸ ਇਹੀ ਫਰਕ ਹੈ। ਜਦੋਂ ਤੁਸੀਂ ਦਰਵੇਸ਼ੀ ਦੇ ਰਾਹ 'ਤੇ ਤੁਰਦੇ ਹੋ, ਧਰਮ ਦੇ ਰਾਹ 'ਤੇ ਤੁਰਦੇ ਹੋ, ਤੁਹਾਡੇ ਅੰਦਰ ਗਿਆਨ ਹੁੰਦਾ, ਤੁਹਾਨੂੰ ਸਮਝ ਪੈਂਦੀ ਹੈ, ਤੁਸੀਂ ਸੰਸਾਰ ਦਾ ਕੂੜ ਰੂਪ, ਝੂਠ ਰੂਪ ਵੇਖ ਲੈਂਦੇ ਹੋ, ਪਰਮੇਸ਼ਰ ਦੀ ਬਖਸ਼ਿਸ਼ ਨੂੰ ਵੀ ਵੇਖ ਲੈਂਦੇ ਹੋ ਨਾ, ਉਦੋਂ ਤੁਸੀਂ ਇਹੀ ਗੱਲ ਆਖਦੇ ਹੋ, ਪ੍ਰਭੂ ਤੂੰ ਵਾਕਈ ਤੂੰ ਕਿਰਪਾ ਦਾ ਮਹਾਨ ਖਜ਼ਾਨਾ ਹੈ, ਤੂੰ ਇਨਸਾਫ ਨਾ ਕਰ, ਤੂੰ ਬਲਕਿ ਕਿਰਪਾ ਹੀ ਕਰ। ਕਿਉਂ? ਕਹਿੰਦੇ ਤੂੰ ਜਦੋਂ ਇਨਸਾਫ ਕਰਨਾ ਹੈ, ਇਨਸਾਫ ਕਰਨ ਵਿੱਚ ਕੋਈ ਘਾਟ ਵੱਧ ਨਹੀਂ ਰਹਿਣੀ, ਤੂੰ ਕੋਈ ਫਰਕ ਨਹੀਂ ਕਰਨਾ, ਕੋਈ ਮੇਰ ਤੇਰ, ਕੋਈ ਵਿਤਕਰਾ ਨਹੀਂ ਕਰਨਾ। ਤੂੰ ਜੋ ਜਿਸ ਦਾ ਜਿੰਨਾ ਪਾਪ ਹੈ, ਪੁੰਨ ਹੈ, ਉਹ ਅਲੱਗ ਕਰ ਦੇਣਾ ਹੈ। ਜਿੰਨੀ ਚੰਗਿਆਈ ਹੈ, ਬੁਰਾਈ ਹੈ, ਤੂੰ ਅਲੱਗ ਕਰ ਦੇਣੀ ਹੈ। ਜੋ ਚੰਗਾ ਹੈ, ਮਾੜਾ ਹੈ, ਉਹ ਸਾਰਾ ਉਹਦੇ ਸਾਹਮਣੇ ਸ਼ੀਸ਼ੇ ਵਾਂਗ ਸਾਫ਼ ਹੋ ਜਾਣਾ, ਅਤੇ ਉਹਦੇ ਮੁਤਾਬਿਕ ਤੂੰ ਸਜ਼ਾ ਦੇਣੀ ਹੈ। ਅਤੇ ਹੁਣ ਕਹਿੰਦੇ ਵੀ ਸਾਨੂੰ ਪਤਾ ਵੀ ਸਾਡਾ ਸੰਸਾਰੀ ਬੰਦਿਆਂ ਦਾ, ਸੰਸਾਰ ਵਿੱਚ ਰਹਿੰਦਿਆਂ ਸਾਡੇ ਜੀਵਨ ਦੀ ਕਿਤਾਬ ਕੇਵਲ ਅਤੇ ਕੇਵਲ ਗੁਨਾਹਾਂ ਨਾਲ ਲਿਖੀ ਹੋਈ ਹੈ। ਸਾਡੀ ਕਾਪੀ ਗੁਨਾਹਾਂ ਨਾਲ ਭਰੀ ਹੈ, ਕਾਲੀ ਹੋ ਚੁੱਕੀ ਹੈ, ਸਾਡੇ 'ਚ ਪਾਪ ਹੀ ਪਾਪ, ਐਬ ਹੀ ਐਬ, ਔਗਣ ਹੀ ਔਗਣ ਨੇ। ਅਤੇ ਜੇ ਤੂੰ ਇਨਸਾਫ ਕੀਤਾ ਤਾਂ ਅਸੀਂ ਤਾਂ ਫਸ ਗਏ, ਅਤੇ ਇਨਸਾਫ ਦੇ ਅਨੁਸਾਰ ਸਾਨੂੰ ਸਜ਼ਾ ਮਿਲਣੀ ਯਕੀਨੀ ਹੈ। ਪਰ ਜੇ ਕਿਤੇ ਤੂੰ ਬਖਸ਼ਿਸ਼ ਕਰੇ, ਕਿਰਪਾ ਕਰੇ, ਤੇਰੀ ਕਿਰਪਾ ਬਖਸ਼ਿਸ਼ ਕਿਸੇ ਸਜ਼ਾ ਨੂੰ, ਕਿਸੇ ਕਰਮ ਦੇ ਭੁਗਤਣ ਦੀ ਸਜ਼ਾ ਨੂੰ ਖਤਮ ਕਰ ਸਕਦੀ ਹੈ। ਤੇਰੀ ਬਖਸ਼ਿਸ਼ ਕਿਸੇ ਨੂੰ ਬਖਸ਼ ਸਕਦੀ ਹੈ, ਕਿਸੇ ਦੇ ਪਾਪ ਮਿਟਾ ਸਕਦੀ ਹੈ। ਇਨਸਾਫ ਤੋਂ ਵੱਡੀ ਹੈ ਕਿਰਪਾ। ਤੋ ਮਹਾਰਾਜ ਉੱਥੇ ਕਿਹਾ ਵੀ ਤੂੰ ਸਾਡੇ 'ਤੇ ਫਜ਼ਲ ਕਰ। ਬਾਣੀ ਵਿੱਚ ਵੀ ਇਸੇ ਕਰਕੇ ਕਿਰਪਾ ਦਾ ਹੀ ਜ਼ਿਕਰ ਹੈ। ਪਰ ਇਹ ਗੱਲ ਤਾਂ ਕਹੀ ਵੀ ਜਦੋਂ ਦੁਨੀਆ 'ਚ ਕਿਸੇ ਨੂੰ ਇਨਸਾਫ ਨਾ ਮਿਲੇ, ਬੰਦਾ ਦੁਖੀ ਹੋ ਜਾਂਦਾ, ਫਿਰ ਤੂੰ ਇਨਸਾਫ ਪੂਰਾ ਕਰਦਾ, ਉਸ ਬੰਦੇ ਦਾ ਹਿਸਾਬ ਕਿਤਾਬ ਤੂੰ ਹੀ ਕਰਦਾ। ਤੇਰੇ ਘਰ ਦੇ ਵਿੱਚ ਇਹ ਵਡਿਆਈ ਹੈ, ਤੂੰ ਉਹ ਜੱਜ ਹੈ ਜੋ ਇੱਕ ਪੂਰਾ ਤੇ ਸੱਚਾ ਨਿਆਂ ਕਰਦਾ ਹੈ। ਤੀਸਰੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਵੱਡੀ ਵਡਿਆਈ ਜਾਂ ਨਿਹਚਲ ਥਾਉ। ਤੇਰੀ ਵਡਿਆਈ ਇਸ ਲਈ ਵੀ ਵੱਡੀ ਹੈ, ਤੇਰਾ ਟਿਕਾਣਾ ਅਟੱਲ ਤੇ ਅਚਲ ਹੈ, ਅਡੋਲ ਹੈ। ਟਿਕਾਣੇ ਦਾ ਅਰਥ ਹੁੰਦਾ ਵੀ ਜਿੱਥੇ ਉਹ ਟਿਕਿਆ ਹੋਇਆ, ਜਿੱਥੇ ਰਹਿੰਦਾ ਹੈ। ਕਿੱਥੇ ਰਹਿੰਦਾ? ਕਹਿੰਦੇ ਤੇ ਇੱਕ ਅਵਸਥਾ ਵਿੱਚ ਰਹਿੰਦਾ, ਤੂੰ ਟਿਕਾ ਵਾਲੀ ਅਵਸਥਾ ਵਿੱਚ। ਤੂੰ ਭਰਮ ਜਾਂ ਭਟਕਣਾ ਦੀ ਅਵਸਥਾ 'ਚ ਨਹੀਂ ਹੈ, ਤੂੰ ਬਦਲਾਓ ਦੀ ਅਵਸਥਾ ਵਿੱਚ ਨਹੀਂ ਹੈ। ਹਮੇਸ਼ਾ ਤੇਰੇ ਵਿੱਚ ਟਿਕਾ ਹੈ, ਸਹਿਜ ਹੈ, ਇੱਕ ਰਸ ਵਿਆਪਕ ਹੈ। ਸਾਡੇ ਟਿਕਾਣੇ ਬਦਲਦੇ ਨੇ। ਅਸਲ 'ਚ ਜਿੱਥੇ ਬਦਲਾਵ ਹੁੰਦਾ ਨਾ, ਜੋ ਚੀਜ਼ ਬਦਲ ਜਾਏ, ਅੱਜ ਹੋਰ ਹੈ ਕੱਲ੍ਹ ਹੋਰ ਹੋ ਜਾਏ, ਅੱਜ ਘੱਟ ਹੈ ਕੱਲ੍ਹ ਵੱਧ ਜਾਏ, ਅੱਜ ਵੱਧ ਹੈ ਅਤੇ ਕੱਲ੍ਹ ਨੂੰ ਘੱਟ ਜਾਏ, ਉਹਨੂੰ ਅਸੀਂ ਨੇਚਰ ਨਹੀਂ ਕਹਿ ਸਕਦੇ। ਅਸੀਂ ਮਨੁੱਖ, ਜੀਵ, ਇਹ ਸੰਸਾਰ, ਇਹ ਮਾਇਆ, ਇੱਥੋਂ ਦੇ ਪਦਾਰਥ, ਇਹ ਸਾਰੇ ਚਲਾਏਮਾਨ ਹਨ। ਜਿਵੇਂ ਕਿ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਸਾਰਾ ਚੱਲ ਰਿਹਾ, ਸਭ ਕੁਝ ਚੱਲ ਰਿਹਾ। ਕਿੱਥੇ ਚੱਲ ਰਿਹਾ?
ਆਪਣੇ ਅੰਤ ਵੱਲ ਚੱਲ ਰਿਹਾ, ਵਿਨਾਸ਼ ਵੱਲ ਜਾ ਰਿਹਾ ਹੈ। ਕਿਉਂਕਿ ਜੋ ਕੁਝ ਬਣਿਆ ਇੱਕ ਦਿਨ ਉਹ ਵਿਨਸੇਗਾ, ਖਤਮ ਹੋਏਗਾ, ਉਹਦਾ ਅੰਤ ਹੋਏਗਾ। ਪਰ ਨਾ ਤੂੰ ਬਣਿਆ ਤੇ ਨਾ ਤੇਰਾ ਅੰਤ ਹੈ, ਨਾ ਤੂੰ ਜੰਮਿਆ ਨਾ ਤੇਰੀ ਮੌਤ ਹੈ। ਤੂੰ ਟਿਕਾ 'ਚ ਹੈ, ਟਿਕਾ 'ਚ ਇੱਕ ਰਸ ਚੱਲ ਰਿਹਾ ਹੈ। ਜਦੋਂ ਤੋਂ ਹੈ ਉਦੋਂ ਤੋਂ ਇੱਕ ਹੈ, ਬਦਲਿਆ ਨਹੀਂ, ਬਦਲਦਾ ਨਹੀਂ, ਕਦੇ ਵੀ ਬਦਲੇਗਾ ਨਹੀਂ। ਤੇਰੀ ਅਵਸਥਾ, ਤੇਰਾ ਟਿਕਾਣਾ ਨਿਹਚਲ ਹੈ। ਨਿਹਚਲ ਰਾਜ ਸਦਾ ਤਿਸਕੇਰਾ, ਤੇਰਾ ਰਾਜ ਵੀ ਨਿਹਚਲ ਹੈ, ਤੇਰਾ ਹੁਕਮ ਵੀ ਨਿਹਚਲ ਹੈ, ਜਿਹਨੂੰ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਬਦਲ ਸਕਦੇ। ਤੈਨੂੰ ਅਸੀਂ ਆਪਣੀ ਤਾਕਤ ਨਾਲ, ਡਰ ਨਾਲ, ਛਲ ਨਾਲ, ਕਪਟ ਨਾਲ, ਪੈਸੇ ਨਾਲ, ਲਾਲਚ ਨਾਲ ਨਹੀਂ ਬਦਲ ਸਕਦੇ। ਤੇਰੇ ਫੈਸਲੇ ਨਹੀਂ ਬਦਲ ਸਕਦੇ, ਤੇਰਾ ਨਾਮ ਨਹੀਂ ਬਦਲ ਸਕਦੇ, ਤੇਰੀ ਸਿੱਖਿਆ ਮੱਤ ਨੂੰ ਨਹੀਂ ਬਦਲ ਸਕਦੇ, ਤੇਰਾ ਉਪਦੇਸ਼ ਨਹੀਂ ਬਦਲ ਸਕਦੇ, ਤੇਰਾ ਗਿਆਨ ਨਹੀਂ ਬਦਲ ਸਕਦੇ। ਇਸ ਕਰਕੇ ਵੀ ਤੇਰੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਨਿਹਚਲ ਥਾਂ, ਤੂੰ ਅਡੋਲ ਹੈ। ਕਬੀਰ ਜੀ ਨੇ ਇੱਕ ਗੱਲ ਆਖੀ ਹੈ, ਕਹਿੰਦੇ ਜੇ ਜੁੜਨਾ ਸਹਾਰਾ ਲੈਣਾ ਤੇ ਅਡੋਲ ਦਾ ਲਓ। ਸੰਸਾਰੀ ਬੰਦਾ ਤੇ ਰੋਜ਼ ਡੋਲਦਾ। ਕਿਉਂ ਡੋਲਦਾ? ਕਹਿੰਦੇ ਤੁਸੀਂ ਡੋਲਣ ਵਾਲੇ ਨਾਲ ਜੁੜੇ ਹੋ। ਕੀ ਡੋਲਦਾ? ਡੋਲਦੀ ਹੈ ਮਾਇਆ, ਸੰਸਾਰ, ਪਦਾਰਥ, ਦੁਨੀਆਦਾਰੀ। ਅਸੀਂ ਜੁੜੇ ਹਾਂ ਇਹਨਾਂ ਚੀਜ਼ਾਂ ਨਾਲ, ਸੁਭਾਵਿਕ ਅਸੀਂ ਵੀ ਡੋਲਾਂਗੇ। ਪਰ ਜੇ ਕੋਈ ਉਹਦੇ ਨਾਲ ਜੁੜ ਜਾ ਜਿਹਨੇ ਕਦੇ ਡੋਲਣਾ ਹੀ ਨਹੀਂ, ਕਦੇ ਬਦਲਣਾ ਹੀ ਨਹੀਂ, ਤਾਂ ਕਹਿੰਦੇ ਤੁਸੀਂ ਵੀ ਅਡੋਲ ਹੋ ਜਾਓਗੇ। ਕਬੀਰ ਜੀ ਨੇ ਉਚਾਰਿਆ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਨਾ ਤੂੰ ਡੋਲਣਾ ਹੈ, ਨਾ ਅਸੀਂ ਗਿਰਨਾ ਹੈ, ਅਸੀਂ ਵੀ ਅਡੋਲ ਹੋ ਜਾਵਾਂਗੇ ਕਿਉਂਕਿ ਜੁੜੇ ਤੇਰੇ ਨਾਲ। ਇਸ ਕਰਕੇ ਤੇਰੀ ਵਡਿਆਈ ਵੱਡੀ ਹੈ ਕਿਉਂਕਿ ਤੂੰ ਅਡੋਲ ਹੈ, ਨਿਹਚਲ ਹੈ। ਜਾਂ ਨਿਹਚਲ ਥਾਂ ਤੇਰੀ ਵਡਿਆਈ ਇਸ ਕਰਕੇ ਵੀ ਵੱਡੀ ਹੈ। ਚੌਥੀ ਪੰਕਤੀ ਕੀ ਹੈ ਜੀ? ਵੱਡੀ ਵਡਿਆਈ ਜਾਣੈ ਆਲਾਓ। ਅਲਾਓ ਦਾ ਅਰਥ ਹੁੰਦਾ ਹੈ ਆਵਾਜ਼, ਬੋਲ। ਜੋ ਗੱਲ ਬੋਲੀ ਜਾਂਦੀ ਹੈ ਉਹਨੂੰ ਅਲਾਓ ਕਹਿੰਦੇ ਨੇ। ਮੁੱਖੋਂ ਅਲਾਣਾ, ਮੁੱਖੋਂ ਕੁਝ ਬੋਲਣਾ। ਜੋ ਅਸੀਂ ਬੋਲਦੇ ਹਾਂ ਤੂੰ ਸਭਨਾਂ ਦੇ ਬੋਲਾਂ ਨੂੰ ਜਾਣਦਾ ਹੈ, ਸਭਨਾਂ ਦਾ ਬੋਲ ਜਾਣਦਾ ਹੈ। ਹੁਣ ਧਿਆਨ ਦਿਓ, ਬੋਲ ਦੇ ਵਿੱਚ ਇੱਕ ਬਰੀਕ ਫਰਕ ਹੈ। ਇੱਕ ਬੋਲ ਹੁੰਦਾ ਜਿਹੜਾ ਅਸੀਂ ਬੋਲਿਆ, ਜੋ ਗੱਲ ਸਾਡੀ ਜ਼ੁਬਾਨ 'ਤੇ ਆ ਗਈ ਹੈ, ਜੀਭ ਰਾਹੀਂ ਸ਼ਬਦ ਬਣ ਕੇ ਬੋਲੀ ਜਾ ਚੁੱਕੀ ਹੈ, ਕਿਸੇ ਨੇ ਸੁਣ ਲਈ ਹੈ, ਇੱਕ ਤੇ ਉਹ ਬੋਲ ਨੇ। ਇੱਕ ਬੋਲ ਹੁੰਦਾ ਸਾਡੇ ਮਨ ਦੇ ਅੰਦਰ ਬਣਿਆ ਹੋਇਆ ਫੁਰਨਾ ਜਾਂ ਸੰਕਲਪ, ਭਾਵ ਜੋ ਮਨ ਨੇ ਬੋਲਿਆ। ਜੋ ਮਨ ਨੇ ਬੋਲਿਆ ਉਹ ਉਤਨਾ ਚਿਰ ਤੱਕ ਦੁਨੀਆ ਨਹੀਂ ਸੁਣ ਸਕੇਗੀ, ਲੋਕ ਨਹੀਂ ਸੁਣ ਸਕਣਗੇ, ਜਿੰਨਾ ਚਿਰ ਉਹਨੂੰ ਤਨ ਨਾ ਬੋਲੇ, ਜ਼ੁਬਾਨ ਰਾਹੀਂ ਪ੍ਰਗਟ ਨਾ ਹੋਵੇ। ਕਹਿੰਦੇ ਤੂੰ ਸਾਡੇ ਜ਼ੁਬਾਨ ਵਾਲੇ ਬੋਲਾਂ ਨੂੰ ਤੇ ਜਾਣਦਾ, ਪਰ ਤੂੰ ਸਾਡੇ ਮਨ ਦੇ ਬੋਲਾਂ ਨੂੰ ਵੀ ਜਾਣਦਾ, ਮਨ ਦਾ ਸੰਕਲਪ ਜਾਣਦਾ, ਮਨ ਦਾ ਫੁਰਨਾ ਜਾਣਦਾ, ਮਨ ਦੀ ਆਵਾਜ਼ ਵੀ ਜਾਣਦਾ। ਜਾਣੇ ਆਲਾਓ, ਤੂੰ ਬੋਲੇ ਤੋਂ ਹੀ ਨਹੀਂ ਜਾਣਦਾ, ਬਲਕਿ ਮਹਾਰਾਜ ਕਹਿੰਦੇ ਨੇ ਵਿਣ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਤੂੰ ਬਿਨਾਂ ਬੋਲਿਆਂ ਵੀ ਜਾਣਦਾ ਹੈ। ਜੋ ਮਨ ਨਹੀਂ ਬੋਲਿਆ, ਹਲੇ ਤਨ ਨੇ ਨਹੀਂ ਬੋਲਿਆ, ਦੁਨੀਆ ਨੂੰ ਪਤਾ ਹੀ ਨਹੀਂ ਮੇਰੇ ਅੰਦਰ ਕੀ ਹੈ, ਪਰ ਤੂੰ ਮੇਰੇ ਅੰਦਰ ਦੇ ਬੋਲ ਨੂੰ ਵੀ ਪਕੜ ਲਿਆ। ਕਿਉਂ ਪਕੜ ਲਿਆ? ਕਿਉਂਕਿ ਤੂੰ ਬੈਠਾ ਨਾਲ ਹੈ। ਜਿੱਥੋਂ ਬੋਲ ਉੱਠਿਆ ਉੱਥੇ ਆਵਾਜ਼ ਤੇਰਾ ਹੀ ਹੈ ਨਾ। ਇਸ ਲਈ ਤੂੰ ਘਟ ਘਟ ਕੇ ਅੰਤਰ ਕੀ ਜਾਣਤ, ਜਾਣੈ ਆਲਾਓ। ਸਾਰਿਆਂ ਦੇ ਅੰਦਰ। ਤੇ ਫਿਰ ਕੇਵਲ ਤੂੰ ਮਨੁੱਖਾਂ ਦੇ ਅੰਦਰ ਦੀ ਨਹੀਂ ਜਾਣਦਾ। 84 ਲੱਖ ਜੂਨਾਂ ਨੇ, 4 ਖਾਣੀਆਂ ਨੇ, ਜਿੰਨੇ ਵੀ ਇਸ ਬ੍ਰਹਿਮੰਡ ਵਿੱਚ ਜੀਵ ਜੰਤੂ, ਕਿਰਮ ਨੇ, ਪਸ਼ੂ ਪੰਛੀ ਨੇ, ਪਾਣੀ ਦੀਆਂ ਜੂਨਾਂ ਨੇ, ਦਰਖਤ ਨੇ, ਉਹਨਾਂ ਦਾ ਕੀ ਬੋਲ ਹੈ, ਉਹਨਾਂ ਦਾ ਭਾਵ ਕੀ ਹੈ, ਉਹਨਾਂ ਦੀ ਡਿਮਾਂਡ, ਭੁੱਖ ਕੀ ਹੈ, ਤੂੰ ਉਹ ਵੀ ਜਾਣਦਾ। ਉਹਨਾਂ ਦੀ ਬੋਲੀ ਨੂੰ ਵੀ ਜਾਣਦਾ, ਉਹਨਾਂ ਦੇ ਅੰਦਰ ਨੂੰ ਜਾਣਦਾ, ਉਹਨਾਂ ਦੇ ਦੁੱਖ ਸੁੱਖ ਨੂੰ ਵੀ ਜਾਣਦਾ। ਜੋ ਮਨ ਕਰਕੇ ਉਹ ਆਪਣੀ ਬੋਲੀ 'ਚ ਬੋਲਦੇ ਨੇ, ਤੂੰ ਉਹਨਾਂ ਦੀ ਬੋਲੀ ਨੂੰ ਵੀ ਜਾਣਦਾ। ਵੱਡੀ ਵਡਿਆਈ ਜਾਂ ਜਾਣੈ ਆਲਾਓ, ਤੇਰੀ ਵਡਿਆਈ ਇਸ ਲਈ ਵੀ ਵੱਡੀ ਹੈ, ਤੂੰ ਇਸ ਕਰਕੇ ਵੀ ਸਭ ਤੋਂ ਵੱਡਾ ਹੈ, ਕਿਉਂਕਿ ਐਡਾ ਵੱਡਾ ਕੋਈ ਵੀ ਨਹੀਂ ਜੋ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੋਵੇ। ਵੱਡੀ ਵਡਿਆਈ ਬੁੱਝੈ ਸਭ ਭਾਓ। ਹੁਣ ਕਹਿੰਦੇ ਹੋਰ ਤੇਰੀ ਵਡਿਆਈ ਕਿਉਂ ਵੱਡੀ ਹੈ? ਹੇ ਪ੍ਰਭੂ, ਇਸ ਲਈ ਤੇਰੀ ਵਡਿਆਈ ਵੱਡੀ ਹੈ। ਬੁੱਝੈ ਸਭ ਭਾਓ, ਤੂੰ ਭਾਓ, ਭਾਵਨਾ ਵੀ ਜਾਣਦਾ ਸਾਡੀ। ਹੁਣ ਦੇਖੋ ਹੋਰ ਗੱਲ ਬਰੀਕ ਹੋ ਗਈ। ਇੱਕ ਤਾਂ ਹੁੰਦਾ ਵੀ ਅਸੀਂ ਕੁਝ ਬੋਲਿਆ ਜਾਂ ਮਨ ਦੇ ਵਿੱਚ ਫੁਰਨਾ ਬਣਿਆ, ਪਰ ਉਹ ਫੁਰਨੇ ਦੇ ਪਿੱਛੇ ਭਾਵ ਕੀ ਸੀ? ਜੋ ਗੱਲ ਜਾਂ ਮੈਂ ਬੋਲੀ ਹੈ ਜਾਂ ਕੀਤੀ ਹੈ, ਉਹਦੇ ਪਿੱਛੇ ਭਾਵ ਕੀ ਹੈ? ਕਈ ਵਾਰੀ ਬੋਲ ਚੰਗੇ ਹੁੰਦੇ ਨੇ, ਭਾਵ ਪਿੱਛੇ ਬਹੁਤ ਮਾੜਾ ਹੁੰਦਾ ਹੈ।
ਤੇ ਕਈ ਵਾਰੀ ਬੋਲ ਮਾੜੇ ਹੁੰਦੇ ਨੇ, ਕੌੜੇ ਹੁੰਦੇ ਨੇ, ਫਿੱਕੇ ਹੁੰਦੇ ਨੇ, ਪਰ ਪਿੱਛੇ ਭਾਵ ਬਹੁਤ ਚੰਗਾ ਹੁੰਦਾ ਹੈ। ਦੁਨੀਆ ਭਾਵ ਨਹੀਂ ਫੜਦੀ, ਬਹੁਤ ਘੱਟ ਲੋਕ ਨੇ ਜਿਹੜੇ ਭਾਵ ਫੜ ਪਾਉਂਦੇ ਨੇ। ਭਾਵਨਾ ਕੀ ਸੀ ਪਿੱਛੇ? ਜਿਵੇਂ ਕਿ ਮਾਂ ਬਾਪ ਬੱਚੇ ਨੂੰ ਕਈ ਵਾਰੀ ਤਾੜਦੇ ਨੇ, ਕੁੱਟਦੇ ਨੇ, ਮਾਰਦੇ ਨੇ, ਉਹਨੂੰ ਕੌੜੇ ਬੋਲ ਬੋਲਦੇ ਨੇ, ਸਖਤ ਬੋਲ ਬੋਲਦੇ ਨੇ, ਪਰ ਪਿੱਛੇ ਭਾਵ ਕੌੜਾ ਜਾਂ ਸਖਤ ਨਹੀਂ ਹੁੰਦਾ, ਭਾਵ ਮਿੱਠਾ ਹੁੰਦਾ, ਬੱਚੇ ਦਾ ਭਲਾ ਹੋ ਜਾਏ। ਉਹ ਜਿਹੜਾ ਭਾਵ ਹੈ ਨਾ, ਹਰੇਕ ਦਾ ਤੂੰ ਜਾਣਦਾ ਹੈ। ਅਸੀਂ ਹੁਣ ਹਰੇਕ ਦਾ ਭਾਵ ਨਹੀਂ ਜਾਣ ਸਕਦੇ। ਸਾਡੇ ਨਾਲ ਕੋਈ ਕਿਉਂ ਮਿੱਠਾ ਬੋਲ ਰਿਹਾ ਹੈ, ਉਹਦੇ ਪਿੱਛੇ ਉਹਦਾ ਕੀ ਭਾਵ ਹੈ, ਅਸੀਂ ਨਹੀਂ ਜਾਣ ਸਕਦੇ। ਕੋਈ ਕੌੜਾ ਬੋਲ ਰਿਹਾ, ਪਿੱਛੇ ਭਾਵ ਕੀ, ਅਸੀਂ ਨਹੀਂ ਜਾਣ ਸਕਦੇ। ਕੋਈ ਸਾਡੇ ਨਾਲ ਕਿਉਂ ਰਿਸ਼ਤਾ ਰੱਖ ਰਿਹਾ, ਕਿਉਂ ਸੰਬੰਧ ਬਣਾ ਰਿਹਾ, ਕਿਉਂ ਸਾਡੇ ਨਾਲ ਮੇਲ ਗੇਲ ਜੋਲ ਰੱਖ ਰਿਹਾ, ਅਸੀਂ ਉਹ ਭਾਵ ਨਹੀਂ ਫੜ ਸਕਦੇ। ਗੱਲਾਂ ਫੜ ਸਕਦੇ ਹਾਂ, ਥੋੜ੍ਹਾ ਬਹੁਤਾ ਸਮਝ ਸਕਦੇ ਹਾਂ, ਪਰ ਅੰਦਰ ਗਹਿਰਾਈ 'ਚ ਕੀ ਹੈ, ਪਿੱਛੇ ਸੂਖਸ਼ਮ ਅਵਸਥਾ 'ਚ, ਉਹ ਕੇਵਲ ਤੂੰ ਜਾਣਦਾ ਹੈ। ਵੱਡੀ ਵਡਿਆਈ ਬੁੱਝੈ ਸਭ ਭਾਉ, ਤੂੰ ਸਭਨਾਂ ਦਾ ਭਾਉ ਵੀ ਬੁੱਝਦਾ ਹੈ। ਭਲੇ ਬੁਰੇ ਕੀ ਪੀਰ ਪਛਾਨਤ, ਪੀੜ ਨੂੰ ਪਛਾਣਦਾ, ਅੰਦਰੋਂ ਜਾਣਦਾ, ਅੰਦਰ ਦੇ ਦਰਦ ਨੂੰ, ਦੁੱਖ ਸੁੱਖ ਨੂੰ, ਖੁਸ਼ੀ ਗਮੀ ਜਿਹੜੀ ਅੰਦਰ ਬਣੀ ਹੈ ਨਾ, ਤੂੰ ਉਹਨੂੰ ਵੀ ਜਾਣਦਾ ਹੈ। ਕੋਈ ਝੁਕਿਆ ਹੈ, ਪਰ ਉਹਦੇ ਝੁਕਣ ਦੇ ਵਿੱਚ ਭਾਵ ਕੀ ਹੈ, ਅਸੀਂ ਨਹੀਂ ਜਾਣਦੇ। ਸਾਨੂੰ ਦਿਖੇਗਾ ਬੰਦਾ ਝੁਕਿਆ, ਇਹਨੇ ਮੱਥਾ ਟੇਕਿਆ, ਪਰ ਗੁਰੂ ਕਹਿੰਦੇ ਨੇ ਵੀ ਕਿਉਂ ਟੇਕਿਆ, ਉਹ ਤੂੰ ਜਾਣਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਜਦੋਂ ਜਮਸ਼ੇਦ ਖਾਂ ਤੇ ਗੁੱਲ ਖਾਂ ਨੇ ਨੰਦੇੜ ਦੀ ਧਰਤੀ ਤੇ ਹਮਲਾ ਕੀਤਾ ਨਾ, ਹੁਣ ਉਹ ਤੋਂ ਪਹਿਲਾਂ ਤਾਂ ਕਿ ਉਹਨਾਂ ਨੇ ਮੱਥਾ ਟੇਕਿਆ, ਉਹ ਨਮਸਕਾਰ ਵੀ ਕੀਤੀ ਹੈ ਗੁਰੂ ਸਾਹਿਬ ਦੀ, ਉੱਥੇ 2-3 ਦਿਨ ਕੋਲ ਰਹੇ ਨੇ, ਵਿਚਰੇ ਨੇ, ਮਾਹੌਲ ਦੇਖਿਆ। ਹੁਣ ਉਹ ਮੱਥਾ ਟੇਕਣ ਤਾਂ ਨਹੀਂ ਸੀ ਆਏ, ਭਾਵ ਪਿੱਛੇ ਕੁਝ ਹੋਰ ਸੀ, ਭੁੱਖ ਕੋਈ ਹੋਰ ਸੀ, ਇੱਛਾ ਕੋਈ ਹੋਰ ਸੀ, ਵੀ ਅਸੀਂ ਮਾਰਨਾ ਹੈ, ਅਸੀਂ ਹਮਲਾ ਕਰਨਾ ਹੈ। ਤਾਂ ਹੀ ਗੁਰੂ ਸਾਹਿਬ ਨੇ, ਆਪਾਂ ਪਿੱਛੇ ਵੀ ਪੜ੍ਹਿਆ ਸੀ, ਕਹਿੰਦੇ ਕੇਵਲ ਸਿਰ ਝੁਕਾਉਣ ਨਾਲ, ਬੋਲਣ ਨਾਲ ਕੁਛ ਨਹੀਂ ਹੁੰਦਾ, ਜਿੰਨਾ ਚਿਰ ਤੁਹਾਡਾ ਹਿਰਦਾ ਜਾਂ ਭਾਵ ਸੱਚਾ ਸੁੱਚਾ ਨਹੀਂ ਹੈ। ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਕਸੁੱਦੇ ਜਾਏ। ਇਕੱਲਾ ਮੱਥਾ ਟੇਕਣ ਨਾਲ ਵੀ ਕੁਛ ਨਹੀਂ ਬਣਦਾ, ਜੇ ਮਨ ਨੇ ਮੱਥਾ ਨਹੀਂ ਟੇਕਿਆ, ਮਨ ਨਹੀਂ ਚੁੱਕਿਆ, ਹਿਰਦੇ 'ਚ ਅੰਦਰ ਸੱਚ ਨਹੀਂ ਆਇਆ, ਹਿਰਦੇ ਵਿੱਚ ਨਾਮ ਨਹੀਂ ਆਇਆ। ਗੁਰਮਤਿ ਇੱਥੇ ਲੈ ਕੇ ਜਾਂਦੀ ਸਾਨੂੰ, ਤੂੰ ਸਾਡਾ ਸਾਰਿਆਂ ਦਾ ਭਾਵ ਵੀ ਜਾਣਦਾ ਹੈ। ਬੋਲ ਤੇ ਜਾਣਦਾ, ਬੋਲਾਂ ਪਿੱਛੇ ਜਿਹੜੀ ਭਾਵਨਾ ਤੂੰ ਜਾਣਦਾ, ਤੂੰ ਹੀ ਜਾਣਦਾ ਹੈ। ਇਸ ਲਈ ਵੀ ਤੇਰੀ ਵਡਿਆਈ ਜਾਂ ਪੁੱਛ ਨਾ ਦਾਤ, ਤੂੰ ਜਦੋਂ ਕਿਸੇ ਨੂੰ ਦਾਤ ਦਿੰਦਾ ਪੁੱਛ ਕੇ ਨਹੀਂ ਦਿੰਦਾ, ਇਹ ਵੀ ਤੇਰੀ ਵੱਡੀ ਵਡਿਆਈ ਹੈ। ਕਿਉਂਕਿ ਦੁਨੀਆ ਵਿੱਚ ਅਸੀਂ ਕਿਸੇ ਦਾ ਕੁਝ ਭਲਾ ਕਰਨਾ ਹੋਵੇ ਨਾ, ਕਿਸੇ ਦੀ ਕੋਈ ਡਿਮਾਂਡ ਪੂਰੀ ਕਰਨੀ ਹੋਵੇ, ਅਸੀਂ ਪਹਿਲਾਂ ਤਾਂ ਪੁੱਛਦੇ ਹਾਂ, ਫਿਰ ਉਹਨੂੰ ਜਿਤਾਉਂਦੇ ਵੀ ਹਾਂ। ਕਹਿੰਦੇ ਤੂੰ ਪੁੱਛਣਾ ਥੋੜ੍ਹੀ ਹੈ, ਅਸੀਂ ਕਿਤੇ ਫਸ ਜਾਈਏ, ਕਿਤੇ ਉਲਝ ਜਾਈਏ, ਕੋਈ ਸਮੱਸਿਆ ਪੈ ਜਾਏ, ਅਸੀਂ ਉਦੋਂ ਵੀ ਪੁੱਛਦੇ ਹਾਂ। ਪਰ ਤੂੰ ਕਦੇ ਵੀ ਕਿਸੇ ਨੂੰ ਪੁੱਛਦਾ ਨਹੀਂ। ਕਿਉਂ ਨਹੀਂ ਪੁੱਛਦਾ? ਕਿਉਂਕਿ ਤੈਨੂੰ ਲੋੜ ਹੀ ਨਹੀਂ, ਤੂੰ ਆਪ ਪੂਰਨ ਹੈ। ਤੂੰ ਕਿਸੇ ਨੂੰ ਦਾਤ ਦੇਣੀ ਹੈ, ਕਿਸੇ ਨਾਲ ਸਲਾਹ ਨਹੀਂ ਕਰਨੀ। ਤੂੰ ਨਾ ਧਨ ਪੁੱਛੀ, ਨਾ ਮਤਾ ਪਕਾਇਆ, ਤੂੰ ਕੋਈ ਮਤੇ ਨਹੀਂ ਪਾਸ ਕਰਦਾ, ਨਾ ਕੋਈ ਸਲਾਹ ਮਸ਼ਵਰਾ ਕਰਦਾ ਕਿਸੇ ਨਾਲ। ਬੀਓ ਪੁੱਛ ਨਾ ਮਸਲਤ ਧਰੈ, ਤੂੰ ਮਸਲਾ ਕਿਉਂ ਪੁੱਛੇਗਾ? ਮਸਲਾ ਤੂੰ ਆਪ ਹੱਲ ਕਰਦਾ, ਸਾਰਿਆਂ ਦੇ ਕਰਦਾ, ਤੈਨੂੰ ਸਲਾਹ ਮਸ਼ਵਰੇ ਦੀ ਲੋੜ ਹੀ ਨਹੀਂ। ਤੂੰ ਤਾਂ ਸਾਰਿਆਂ ਨੂੰ ਸਲਾਹ ਮਸ਼ਵਰਾ ਦੇ ਰਿਹਾ ਅੰਦਰ ਬੈਠ ਕੇ। ਮਸ਼ਵਰਾ ਉਦੋਂ ਲਿਆ ਜਾਂਦਾ, ਦੂਜੇ ਦੀ ਸਲਾਹ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਅਸੀਂ ਆਪ ਸਮਰੱਥ ਨਾ ਹੋਈਏ, ਅਸੀਂ ਕਿਸੇ ਨਤੀਜੇ 'ਤੇ ਪਹੁੰਚ ਨਾ ਸਕਦੇ ਹੋਈਏ, ਸਾਡੀ ਅਕਲ ਮਤ ਬੁੱਧ ਜਵਾਬ ਦੇ ਜਾਏ, ਉਹਦੇ 'ਚ ਕੋਈ ਘਾਟ ਹੋਵੇ, ਕਮੀ ਪੇਸ਼ੀ ਹੋਵੇ, ਕਿਸੇ ਪੱਖੋਂ ਅਗਿਆਨ ਹੋਵੇ, ਨਾ ਸਮਝੀ ਹੋਵੇ। ਅਸੀਂ ਕਹਿੰਦੇ ਹਾਂ ਕਿਸੇ ਸਿਆਣੇ ਨੂੰ ਪੁੱਛੋ, ਉਹਨੂੰ ਪੁੱਛੋ ਵੀ ਆਹ ਕੰਮ ਕਰੀਏ ਨਾ ਕਰੀਏ, ਆਹ ਕੁਝ ਅਸੀਂ ਕਿਸੇ ਨੂੰ ਦੇਣਾ, ਦਈਏ ਜਾਂ ਨਾ ਦਈਏ। ਪਰ ਕਹਿੰਦੇ ਤੇਰੇ ਘਰ ਵਿੱਚ ਇਹ ਕੁਛ ਨਹੀਂ ਚੱਲਦਾ। ਤੇਰੀ ਇਸੇ ਕਰਕੇ ਵੱਡੀ ਵਡਿਆਈ ਹੈ, ਜਾਂ ਪੁੱਛ ਨਾ ਦਾ, ਤੂੰ ਪੁੱਛ ਕੇ ਦਾ ਥੋੜ੍ਹੀ ਦੇਣਾ। ਹੁਣ ਤੂੰ ਸਾਨੂੰ ਮੰਨ ਲਓ ਪੁੱਛ ਵੀ ਲਵੇਂ ਵੀ ਹਾਂ ਭਾਈ ਤੇਰੇ ਗਵਾਂਢੀ ਨੂੰ ਮੈਂ ਕੁਝ ਦੇਣਾ, ਦੇ ਦਾਂ। ਹੁਣ ਤੇ ਫਿਰ ਰੱਬ ਨੂੰ ਵੀ ਪਤਾ ਵੀ ਸਹੀ ਗੱਲ ਹੈ। ਅਸੀਂ ਤਾਂ ਇਹ ਕਹਿਣਾ ਵੀ ਨਾ 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 ਨਾ, ਉਹਦੇ ਘਰ ਤੇ ਬਹੁਤ ਹੈ, ਤੂੰ ਮੇਰੇ ਘਰ ਦੇ, ਪਹਿਲਾਂ ਮੈਨੂੰ ਰਜਾ ਚੰਗੀ ਤਰ੍ਹਾਂ। ਉਹਦੇ ਕੋਲ ਤਾਂ ਹੋਰ ਸਾਧਨ ਬਹੁਤ ਨੇ ਜੀ, ਉਹਨੂੰ ਤਾਂ ਹੋਰ ਬਹੁਤ, ਅਸੀਂ ਤਾਂ ਕਿਸੇ ਦਾ ਭਲਾ ਹੋਣ ਹੀ ਨਾ ਦਈਏ। ਜੇ ਸਾਨੂੰ ਪੁੱਛ ਕੇ ਆਪਣੇ ਫੈਸਲੇ ਕਰਨ ਲੱਗ ਜਾਏ, ਸਾਡੇ ਤਾਂ ਫੈਸਲੇ ਵੀ ਫਿਰ ਬੱਚਿਆਂ ਵਾਲੇ ਹੋਣਗੇ। ਇਸੇ ਲਈ ਬਹੁਤੇ ਫੈਸਲੇ ਵੀ ਸਾਨੂੰ ਛੇਤੀ ਸਮਝ ਨਹੀਂ ਪੈਂਦੇ, ਕਿਉਂਕਿ ਅਸੀਂ ਬੱਚੇ ਹੁੰਦੇ ਹਾਂ, ਉਹ ਸਿਆਣਾ ਹੈ। ਅਸੀਂ ਧਰਤੀ 'ਤੇ ਖੜ੍ਹੇ ਹਾਂ, ਉਹ ਅਸਮਾਨ ਹੈ। ਅਸੀਂ ਬੂੰਦ ਹਾਂ, ਉਹ ਸਾਗਰ ਹੈ। ਅਸੀਂ ਕਿਰਨ ਹਾਂ, ਉਹ ਸੂਰਜ ਹੈ। ਫੈਸਲੇ ਸਮਝ ਵਿੱਚ ਨਹੀਂ ਆਉਂਦੇ, ਉੱਪਰੋਂ ਲੰਘ ਜਾਂਦੇ ਨੇ। ਅਕਲ ਮਤ ਛੋਟੀ ਹੁੰਦੀ ਹੈ। ਜਿਉਂ-ਜਿਉਂ ਅਕਲ ਦਾ ਮਤ ਦਾ ਪਸਾਰਾ ਹੁੰਦਾ ਹੈ, ਸਾਨੂੰ ਸੋਝੀ ਆਉਂਦੀ ਜਾਂਦੀ ਹੈ, ਅਸੀਂ ਸੋਝੀ ਨਾਲ, ਅਕਲ ਨਾਲ ਸਿਆਣੇ ਹੁੰਦੇ ਜਾਂਦੇ ਹਾਂ।
ਬਹੁਤ ਗੱਲਾਂ ਕਈ ਕਈ ਸਾਲ ਬਾਅਦ ਜਾ ਕੇ ਸਮਝ ਆਉਂਦੀਆਂ ਨੇ, ਓ ਹੋ ਅੱਛਾ ਅੱਛਾ, ਜਿਹੜੀ ਉਦੋਂ ਉਹ ਘਟਨਾ ਘਟੀ ਸੀ ਜਾਂ ਉਹ ਦੁੱਖ ਆਇਆ ਸੀ ਉਹਦਾ ਆਹ ਬੈਨੀਫਿਟ ਸੀ। ਉਹ ਤੇ ਫਿਰ ਬੰਦਾ ਕਹਿੰਦਾ ਭਲਾ ਹੋਇਆ, ਸ਼ੁਕਰ ਹੈ ਵੀ ਉਦੋਂ ਆਹ ਗੱਲ ਹੋ ਗਈ ਤੇ ਮੈਨੂੰ ਅੱਜ ਪਤਾ ਲੱਗਿਆ ਇਹਦਾ ਭਲਾ ਕੀ ਸੀ। ਇਸ ਲਈ ਉਹ ਸਾਨੂੰ ਪੁੱਛਦਾ ਨਹੀਂ ਭਾਈ ਕੀ ਦੇਣਾ ਹੈ, ਕਿੰਨਾ ਦੇਣਾ ਹੈ, ਕਿਵੇਂ ਦੇਣਾ ਹੈ। ਉਹ ਆਪ ਹੀ ਆਪਣੀ ਰਜ਼ਾ 'ਚ ਚੱਲੀ ਜਾਂਦਾ, ਆਪੇ ਆਪ ਹਰੇਕ ਗੱਲ 'ਚ ਉਹ ਆਪ ਹੀ ਆਪ ਹੈ, ਕਿਉਂਕਿ ਆ ਹਰ ਪੱਖੋਂ ਆਪ ਸੰਪੂਰਨ ਹੈ। ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਕਿਸਨੂੰ ਕਹੀਏ ਨਾਨਕਾ ਸਭ ਕੁਛ ਛਾਪੇ ਆਪ। ਕਿਹਨੂੰ ਕਹੀਏ, ਕਹਿੰਦੇ ਸਭ ਕੁਛ ਹੈ ਹੀ ਆਪਣੇ ਆਪ ਹੈ। ਭਾਵ ਆਪਣੇ ਆਪ 'ਚੋਂ ਪੂਰਨ ਹੈ, ਸਮਰੱਥ ਹੈ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਸਾਰੀਆਂ ਕਲਾਵਾਂ ਵਿੱਚ ਸਮਰੱਥ ਹੈ। ਉਹ 'ਚ ਘਾਟ ਨਹੀਂ ਹੈ ਕਿਸੇ ਕਿਸਮ ਤੋਂ। ਉਹ ਅਨਐਜੂਕੇਟਡ ਨਹੀਂ ਹੈ ਕਿਸੇ ਪੱਖ ਤੋਂ, ਅਧੂਰਾ ਨਹੀਂ ਹੈ। ਰਾਮਚੰਦਰ ਜੀ ਨੂੰ 14 ਕਲਾਂ ਸੰਪੂਰਨ ਕਿਹਾ, ਕ੍ਰਿਸ਼ਨ ਜੀ ਨੂੰ 16 ਕਲਾਂ ਸੰਪੂਰਨ ਕਿਹਾ, ਪਰ ਕਹਿੰਦੇ ਹੇ ਪ੍ਰਭੂ ਨਾ ਤੂੰ 14 'ਚ ਸੰਪੂਰਨ, 16 'ਚ ਤੂੰ ਜਿੰਨੀਆਂ ਕਲਾਵਾਂ ਨੇ ਸੰਸਾਰ ਦੀਆਂ, ਜਗਤ ਦੀਆਂ, ਬ੍ਰਹਿਮੰਡ ਦੀਆਂ, ਤੂੰ ਸਾਰੀਆਂ 'ਚ ਸੰਪੂਰਨ ਹੈ। ਆਮ ਬੰਦਾ 1 ਜਾਂ 2 ਕਲਾ 'ਚ ਪੂਰਨ ਹੁੰਦਾ, ਕਹਿੰਦੇ ਉਹ 14 16, ਪਰ ਤੂੰ ਸਰਬ ਕਲਾ ਸਮਰੱਥ, ਤੂੰ ਸਰਬ ਕਲਾ ਕਾ ਗਿਆਤਾ। ਜਿੰਨੀਆਂ ਕਲਾਵਾਂ ਨੇ ਸਭ ਹਰ ਕਲਾ ਦਾ ਤੈਨੂੰ ਗਿਆਨ ਹੈ, ਕਿਉਂਕਿ ਹਰ ਕਲਾ ਤੇਰੇ ਤੋਂ ਆ ਰਹੀ ਹੈ, ਤਾਂ ਤੂੰ ਆਪੇ ਆਪ ਹੈ। ਹਰ ਕਲਾ ਤੇਰੇ ਤੋਂ ਹੈ, ਹਰ ਗੁਣ ਤੇਰੇ ਤੋਂ ਹੈ, ਹਰ ਤਾਕਤ ਤੇਰੇ ਤੋਂ, ਹਰ ਸ਼ਕਤੀ ਤੇਰੇ ਤੋਂ ਹੈ, ਹਰ ਵਡਿਆਈ ਵੀ ਤੇਰੇ ਤੋਂ ਹੈ, ਹਰ ਗਿਆਨ ਵੀ ਤੇਰੇ ਤੋਂ ਹੈ, ਕਿਉਂਕਿ ਤੂੰ ਸਭ ਦਾ ਭੰਡਾਰ ਹੈ, ਸਰੋਤ ਹੈ। ਹੁਣ ਅੱਗੇ ਮਹਾਰਾਜ ਕਹਿੰਦੇ ਨੇ, ਆਖਰੀ 2 ਪੰਕਤੀਆਂ ਨੇ ਜੀ, ਨਾਨਕ ਕਾਰ ਨਾ ਕਥਨੀ ਜਾਏ। ਹੇ ਨਾਨਕ, ਉਹਦੀ ਕਾਰ ਕੀ ਹੈ, ਉਹਨੇ ਕੀ ਕਰਨਾ ਹੈ, ਉਹ ਕਹਿੰਦੇ ਸੀ ਕਥਨ ਨਹੀਂ ਕਰ ਸਕਦੇ। ਕਾਰ ਦਾ ਅਰਥ ਰਜ਼ਾ ਵੀ ਹੁੰਦਾ ਹੈ, ਭਾਣਾ ਵੀ ਹੁੰਦਾ ਹੈ, ਜੋ ਕ੍ਰਿਤ ਹੈ ਉਹ ਵੀ ਹੈ, ਜੋ ਉਹਨੇ ਕ੍ਰਿਤ ਸਾਜੀ, ਇਹਦਾ ਕੀ ਕਥਨ ਕਰੀਏ। ਉਹਨੇ ਰਜ਼ਾ ਭਾਣਾ ਕੀ ਹੈ, ਕੀ ਕਥਨ ਕਰੀਏ। ਉਹਨੇ ਐਡਾ ਵੱਡਾ ਸੰਸਾਰ ਬਣਾਤਾ, ਕਿਵੇਂ ਕਥਨ ਕਰੀਏ। ਬਾਬਾ ਕਬੀਰ ਜੀ ਦੇ ਬਚਨ ਪੜ੍ਹਦੇ ਆ ਨਾ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਤੇਰਾ ਜਸ ਸਾਰੀ ਧਰਤੀ ਨੂੰ ਕਾਗਜ਼ ਬਣਾ ਕੇ, ਸਾਰੇ ਸਮੁੰਦਰਾਂ ਦੀ ਸਿਆਹੀ ਬਣਾ ਕੇ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਕੇ ਵੀ ਨਹੀਂ ਲਿਖਿਆ ਜਾ ਸਕਦਾ। ਕਿਵੇਂ ਤੇਰੇ ਜਸ ਨੂੰ ਕੋਈ ਲਿਖ ਦੇ। ਤੇਰੀ ਵਡਿਆਈ ਇਤਨੀ ਵੱਡੀ ਹੈ ਕਿ ਸਾਡੇ ਪਕੜ ਵਿੱਚ ਹੀ ਨਹੀਂ ਹੈ। ਤੂੰ ਕਹਿੰਦੇ ਤੇਰੀ ਕਾਰ ਨੂੰ, ਤੇਰੀ ਕ੍ਰਿਤ ਨੂੰ, ਤੇਰੇ ਕੀਤੇ ਨੂੰ ਕੋਈ ਕਥਨ ਵੀ ਨਹੀਂ ਕਰ ਸਕਦਾ। ਤੂੰ ਅਕਥ ਹੈ, ਕਿਉਂਕਿ ਜੇ ਕਥਨ ਹੋ ਜਾਏ ਤਾਂ ਫਿਰ ਕਥਨ ਕਰਨ ਵਾਲਾ ਵੱਡਾ ਹੋ ਜਾਏਗਾ, ਤੂੰ ਛੋਟਾ ਹੈ। ਜੇ ਕੋਈ ਇਹਦਾ ਅੰਤ ਜਾਂ ਭੇਦ ਪਾ ਲਏ, ਉਹ ਪਾਉਣ ਵਾਲਾ ਵੱਡਾ, ਤੂੰ ਛੋਟਾ ਹੈ। ਜੇ ਤੇਰੇ ਤੱਕ ਕੋਈ ਪਹੁੰਚ ਜਾਏ ਕਰਮ ਇੰਦਰੀਆਂ, ਗਿਆਨ ਇੰਦਰੀਆਂ ਰਾਹੀਂ, ਤਾਂ ਪਹੁੰਚਣ ਵਾਲਾ ਵੱਡਾ, ਤੂੰ ਛੋਟਾ ਹੋ ਜਾਏਗਾ। ਪਰ ਇਸ ਲਈ ਵੱਡਾ ਕਿਹਾ, ਵਡਿਆਈ ਵੱਡੀ ਕਹੀ ਹੈ, ਕਿਉਂਕਿ ਤੂੰ ਅਪਹੁੰਚ ਹੈ, ਅਪਾਰ ਹੈ, ਬੇਅੰਤ ਹੈ। ਇਹ ਤੇਰੀਆਂ ਵਡਿਆਈਆਂ ਨੂੰ ਹੀ ਪ੍ਰਗਟ ਕਰਦੇ ਹਨ। ਨਾ ਅੱਗੇ ਕੀ ਕਹਿੰਦੇ ਹਨ ਜੀ, ਕੀਤਾ ਕਰਨਾ ਸਰਬ ਰਜ਼ਾਏ। ਕੀਤਾ ਤੇ ਕਰਨਾ, ਜਿਹੜੇ 3 ਟੈਂਸ ਹਨ ਜੀ, ਪਾਸਟ, ਪ੍ਰੈਜੈਂਟ ਤੇ ਫਿਊਚਰ, ਉਹਦੇ ਵਿੱਚੋਂ ਪ੍ਰੈਜੈਂਟ ਕੱਢ ਦਿਓ। ਇੱਥੇ ਪਾਸਟ ਅਤੇ ਫਿਊਚਰ ਦੀ ਗੱਲ ਹੋ ਰਹੀ ਹੈ। ਭੂਤਕਾਲ ਤੇ ਭਵਿੱਖ ਕਾਲ। ਕੀਤਾ ਭੂਤਕਾਲ ਹੈ, ਪਾਸਟ ਟੈਂਸ। ਕਰਨਾ ਕੀ ਹੈ, ਕਰਨਾ ਹੈ ਫਿਊਚਰ ਟੈਂਸ, ਭਵਿੱਖ ਕਾਲ। ਜੋ ਤੂੰ ਪਿੱਛੇ ਕੀਤਾ ਤੇ ਜੋ ਤੂੰ ਅੱਗੇ ਕਰਨਾ ਹੈ, ਸਰਬ ਰਜ਼ਾਏ, ਉਹ ਸਾਰਾ ਤੇਰੀ ਹੀ ਰਜ਼ਾ ਵਿੱਚ ਹੋਇਆ ਤੇ ਰਜ਼ਾ ਵਿੱਚ ਹੀ ਹੋਏਗਾ। ਕਰਨ ਕਾਰਨ ਸਮਰੱਥ ਹੈ ਕਰਤੇ, ਤੂੰ ਹੈ ਕੇਵਲ। ਕਰਨ ਤੇ ਕਾਰਨ ਵਾਲੇ ਸਮਰੱਥ ਹੈ। ਕਰਨ ਵੀ ਤੂੰ ਹੈ, ਕਾਰਨ ਵੀ ਤੂੰ ਹੈ। ਕਿਉਂ ਕਰਨਾ ਤੇ ਕਿਸ ਤੋਂ ਕਰਨਾ ਤੈਨੂੰ ਪਤਾ ਹੈ। ਪਿੱਛੇ ਜੋ ਕੀਤਾ ਕਿਉਂ ਕੀਤਾ, ਕਿਉਂ ਹੋਇਆ, ਕਿਸ ਦੁਆਰਾ ਹੋਇਆ, ਇਹ ਵੀ ਤੈਨੂੰ ਪਤਾ ਹੈ। ਅੱਗੇ ਜੋ ਹੋਏਗਾ ਉਹ ਵੀ ਤੈਨੂੰ ਪਤਾ ਹੈ। ਜੋ ਕੁਛ ਵਰਤਾ ਹੈ ਸਭ ਤੇਰੀ ਰਜ਼ਾਏ। ਇਸੇ ਕਰਕੇ ਸਾਨੂੰ ਕਿਹਾ ਸੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਅਸੀਂ ਕੇਵਲ ਹੁਕਮ ਵਿੱਚ ਚੱਲਣਾ ਹੈ। ਵੱਡੇ ਦੀ ਵਡਿਆਈ ਕਦੇ ਪੂਰੀ ਕਥਨ ਹੋ ਨਹੀਂ ਸਕਦੀ। ਆਸਾ ਕੀ ਵਾਰ ਦੇ ਅੰਤ ਵਿੱਚ ਆਪਾਂ ਪੜ੍ਹਾਂਗੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਤੇਰੀ ਵਡਿਆਈ ਇਤਨੀ ਵੱਡੀ ਹੈ, ਕਹਿਣ ਵਾਲੇ ਕਰੋੜਾਂ ਆਏ ਕਰੋੜਾਂ ਚਲੇ ਗਏ, ਪਰ ਵਡਿਆਈ ਪੂਰੀ ਨਹੀਂ ਹੋਈ।
ਤੇਰੀ ਸਿਫਤ ਸਲਾਹ ਪੂਰੀ ਨਹੀਂ ਹੋਈ, ਤੇਰੀ ਉਸਤਤ ਕੋਈ ਪੂਰੀ ਨਹੀਂ ਕਰ ਸਕਿਆ। ਕਰਨ ਵਾਲਾ ਆਪ ਪੂਰਾ ਹੋ ਕੇ ਚਲਾ ਗਿਆ, ਪਰ ਤੇਰੀ ਕਥਾ ਅਕਥ ਹੈ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਕਿੰਨੇ ਕੁ ਗਾਈਏ, ਇਹ ਗੁਣ ਬੇਅੰਤ ਹਨ। ਤੂੰ ਬੇਅੰਤ ਹੈ, ਤੇਰੇ ਗੁਣ ਬੇਅੰਤ ਨੇ, ਤੇਰੀ ਕਲਾ ਬੇਅੰਤ ਹੈ, ਤੇਰੀ ਸ਼ਕਤੀ ਬੇਅੰਤ ਹੈ, ਤੇਰੀਆਂ ਦਾਤਾਂ ਰਹਿਮਤਾਂ ਇਹ ਸਭ ਬੇਅੰਤ ਹਨ। ਤਾਂ ਗੁਰੂ ਸਾਹਿਬ ਕਿਰਪਾ ਕਰਦੇ ਹਨ ਜੀ। ਇਸ ਦੂਸਰੇ ਸ਼ਲੋਕ ਦੀ ਦੂਸਰੀ ਪੌੜੀ ਦੇ ਦੂਸਰੇ ਸ਼ਲੋਕ ਵਿੱਚ ਮਹਾਰਾਜ ਕਿਰਪਾ ਕਰ ਰਹੇ ਹਨ, ਭਾਈ ਪਰਮੇਸ਼ਰ ਦੀ ਵਡਿਆਈ ਤਾਂ ਵੱਡੀ ਹੈ, ਉਹਦਾ ਨਾਮ, ਉਹਦਾ ਗਿਆਨ, ਉਹਦਾ ਹੁਕਮ ਵੱਡਾ ਹੈ, ਉਹਦਾ ਨਿਆਂ ਸੱਚਾ ਹੈ, ਉਹਦਾ ਟਿਕਾਣਾ ਅਟਲ ਹੈ, ਅਚਲ ਹੈ। ਉਹ ਸਭ ਦਾ ਬੋਲ ਜਾਣਦਾ ਹੈ, ਸਭ ਦਾ ਭਾਵ ਜਾਣਦਾ ਹੈ, ਅਤੇ ਕਦੀ ਪੁੱਛ ਗਿੱਛ ਕੇ ਕਿਸੇ ਨੂੰ ਸਲਾਹ ਮਸ਼ਵਰਾ ਕਰਕੇ ਦਾਤਾ ਨਹੀਂ ਦਿੰਦਾ। ਹਰ ਗੱਲ ਦੇ ਵਿੱਚ ਉਹ ਆਪਣੇ ਆਪ ਹੀ ਵਰਤ ਰਿਹਾ ਹੈ। ਉਹਦੇ ਕਾਰ ਨੂੰ ਅਸੀਂ ਕਥਨ ਨਹੀਂ ਕਰ ਸਕਦੇ। ਜੋ ਕੀਤਾ ਜੋ ਕਰਦਾ ਉਹਦੀ ਰਜ਼ਾ 'ਤੇ ਭਾਣਾ ਹੀ ਹੁੰਦਾ ਹੈ। ਅਤੇ ਜਦੋਂ ਅਸੀਂ ਭਾਣਾ ਅਤੇ ਹੁਕਮ ਮੰਨ ਲੈਂਦੇ ਹਾਂ ਨਾ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਇ। ਹੁਕਮ ਨੂੰ ਬੁੱਝਣ ਵਾਲੇ ਮੰਨਣ ਵਾਲਿਆਂ ਦੇ ਵਿੱਚੋਂ ਹਉਮੈ ਮਿਟ ਜਾਂਦੀ ਹੈ। ਅਤੇ ਜਦੋਂ ਹਉਮੈ ਮਿਟਦੀ ਹੈ, ਮਹਾਰਾਜ ਕਹਿੰਦੇ ਜੀਵ ਸਚਿਆਰ ਹੁੰਦਾ ਹੈ, ਅਤੇ ਸਚਿਆਰ ਫਿਰ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਸਤਿਗੁਰ ਮਿਹਰ ਕਰਨ, ਸਾਨੂੰ ਹੋਰ ਸਮਰੱਥਾ ਬਖਸ਼ਣ, ਜੁਗਤੀ ਬਖਸ਼ਣ, ਅਸੀਂ ਗੁਰੂ ਕੀ ਵਡਿਆਈ ਨੂੰ, ਗੁਰਮਤਿ ਨੂੰ, ਗੁਰਬਾਣੀ ਨੂੰ ਸਮਝ ਸਕੀਏ, ਗੁਰਬਾਣੀ ਦੇ ਉਸ ਭਾਵ ਨੂੰ ਸਮਝ ਸਕੀਏ ਜਿਸ ਭਾਵ ਨੂੰ ਮੁੱਖ ਰੱਖ ਕੇ ਗੁਰਬਾਣੀ ਉਚਾਰੀ ਗਈ ਹੈ, ਤਾਂ ਕਿ ਗੁਰਬਾਣੀ ਦਾ ਸੱਚ ਸਾਡੇ ਅੰਦਰ ਵੀ ਪ੍ਰਗਟ ਹੋ ਜਾਏ। ਗੁਰਬਾਣੀ ਇਸ ਜਗ ਮੈਂ ਚਾਨਣ, ਸਾਡੇ ਅੰਦਰ ਚਾਨਣ ਹੋ ਜਾਏ ਅਤੇ ਸਾਡਾ ਜੀਵਨ ਸਫਲ ਹੋ। ਸਾਰਿਆਂ ਦਾ ਧੰਨਵਾਦ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।